ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਝ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਣੇ ਕੀਓ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ। ਮਰਨ ਨ ਜਾਪੈ ਮੂਲਿਆ, ਆਵੈ ਕਿਤੈ ਥਾਏ। ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ। ਮਰਨ ਨ ਜਾਪੈ ਮੂਲਿਆ, ਆਵੈ ਕਿਤੈ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ, ਦਇਆ ਨਿਧ, ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਭਰੀ ਮਿਹਰਾਮਤ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਨਿਰੰਤਰ ਪਾਵਨ ਬਾਣੀ ਦੀ ਲੜੀਵਾਰ ਕਥਾ ਸ਼ਰਵਣ ਕਰਕੇ ਗੁਰੂ ਸ਼ਬਦ ਦੀ ਰਹਿਮਤ ਨੂੰ ਮਾਣਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੇ ਅੰਤਰਗਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ। ਜੇ ਮਨੁੱਖਾ ਜੀਵਨ ਦੇ ਵਿੱਚ
ਮਾਇਆ ਦੇ ਤਲ 'ਤੇ ਪ੍ਰਭਾਵਿਤ ਮਨੁੱਖਾਂ ਦੀ ਗਿਣਤੀ ਕੀਤੀ ਜਾਵੇ, ਉਹਨਾਂ ਨੂੰ ਸ਼੍ਰੇਣੀਬੱਧ ਕੀਤਾ ਜਾਵੇ, ਤਾਂ ਤਿੰਨ ਤਰ੍ਹਾਂ ਦੇ ਮਨੁੱਖ ਅਸੀਂ ਇਸ ਜਗਤ ਦੇ ਵਿੱਚ ਉਹਨਾਂ ਦਾ ਵਰਗ ਬਣਾ ਸਕਦੇ ਹਾਂ। ਮਾਇਆ ਦੇ ਪੱਧਰ 'ਤੇ ਪ੍ਰਭਾਵਿਤ ਮਨੁੱਖਾਂ ਦਾ ਭਾਵ ਜਿਹੜੇ ਨਿਰੰਕਾਰ ਦੀ ਬਜਾਏ ਪਦਾਰਥ ਨੂੰ ਅੰਤਮ ਮੰਨਦੇ ਹਨ, ਜਿਹੜੇ ਇਸ ਜਗਤ ਨੂੰ ਨਾਸ਼ਵਾਨ ਦੀ ਬਜਾਏ ਥਿਰ ਮੰਨ ਕੇ ਤੇ ਇਹਨੂੰ ਹੀ ਅੰਤਮ ਸੱਚ ਮੰਨ ਬੈਠੇ ਹਨ, ਜਿਨ੍ਹਾਂ ਦੇ ਜੀਵਨ ਦੇ ਵਿੱਚ ਭਗਤੀ ਦੀ ਬਜਾਏ ਵਿਕਾਰਾਂ ਦੀ ਰੁਚੀ ਹੈ। ਐਸੇ ਮਨੁੱਖਾਂ ਦੀ ਜੇ ਮਾਇਆ ਦੇ ਪੱਧਰ 'ਤੇ ਪ੍ਰਭਾਵਿਤ ਮਨੁੱਖਾਂ ਦੀ ਵੰਡ ਕਰਨੀ ਹੋਵੇ ਤਾਂ ਤਿੰਨ ਤਰ੍ਹਾਂ ਦੇ ਮਨੁੱਖ ਅਸੀਂ ਸ਼੍ਰੇਣੀਬੱਧ ਕਰ ਸਕਦੇ ਹਾਂ। ਪਹਿਲੇ ਉਹ ਹਨ ਜਿਨ੍ਹਾਂ ਦਾ ਅੰਤਰੀਵ ਤੇ ਬਾਹਰ ਦੋਵੇਂ ਹੀ ਮਾਇਆ ਤੋਂ ਪ੍ਰਭਾਵਿਤ ਹਨ, ਭਾਵ ਕਿ ਸਰੀਰ ਨਾਸ਼ਵਾਨ ਹੈ, ਸੰਸਾਰ ਨਾਸ਼ਵਾਨ ਹੈ। ਇਸ ਨਾਸ਼ਵਾਨਤਾ ਨੂੰ ਜਾਣਨਾ ਤਾਂ ਦੂਰ, ਸਗੋਂ ਇਹਦੇ ਨਾਲ ਇੰਨਾ ਭਰਮ ਦੇ ਵਿੱਚ ਚੱਲਦੇ ਹਨ ਕਿ ਕਦੇ ਜੀਵਨ 'ਚ ਉਹਨਾਂ ਦੇ ਇੱਕ ਪਲ ਵੀ ਐਸਾ ਨਹੀਂ ਪੈਦਾ ਹੁੰਦਾ ਕਿ ਜਗਤ ਦੀ ਆਪਣੇ ਜੀਵਨ ਦੀ ਅਸਲੀਅਤ ਨੂੰ ਜਾਣਨ ਦਾ ਯਤਨ ਕਰਨ। ਇੱਕ ਐਸੇ ਮਨੁੱਖ ਜਿਹੜੇ ਬਿਲਕੁਲ ਬਾਹਰੀ ਜਗਤ ਦੇ ਆਕਰਸ਼ਣ ਵਿੱਚ ਹਨ, ਵਿਕਾਰਾਂ ਦੀਆਂ ਰੁਚੀਆਂ ਵਿੱਚ ਖਚਿਤ ਹਨ, ਪਦਾਰਥਿਕਤਾ ਉਹਨਾਂ ਦੇ ਮਨ ਮਸਤਕ ਦੇ ਉੱਪਰ ਛਾਈ ਹੋਈ ਹੈ, ਤੇ ਇਸ ਇਹੋ ਜਿਹੇ ਮਨੁੱਖਾਂ ਨੂੰ ਬੜੇ ਨਿਮਨ ਤਲ ਦੇ ਮਾਇਆ ਦੇ ਪ੍ਰਭਾਵ ਵਾਲੇ ਮਨੁੱਖ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਕਰਮ ਉਹਨਾਂ ਦਾ ਕੇਵਲ ਮਾਇਆ ਦੇ ਕਿਸੇ ਨਾ ਕਿਸੇ ਹਿੱਤ ਨਾਲ ਜੁੜਿਆ ਹੋਏਗਾ, ਜਾਂ ਤ੍ਰਿਸ਼ਨਾ ਪੂਰਤੀ ਦੇ ਨਾਲ, ਜਾਂ ਵਿਕਾਰ ਪੂਰਤੀ ਦੇ ਨਾਲ, ਜਾਂ ਆਪਣੀ ਲੋਭ ਪੂਰਤੀ ਦੇ ਨਾਲ, ਜਾਂ ਵਾਸਨਾ ਪੂਰਤੀ ਦੇ ਨਾਲ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤਿੰਨ ਪੱਧਰ ਦਾ ਪਹਿਲੇ ਉਹ ਹਨ ਜਿਹੜੇ ਬਿਲਕੁਲ ਨਿਮਨ ਹਨ, ਜਿਨ੍ਹਾਂ ਦੇ ਜੀਵਨ ਵਿੱਚ ਜਰਾ ਜਿੰਨਾ ਵੀ ਕੋਈ ਚਿੰਤਨ ਨਹੀਂ ਜਾਗਦਾ। ਦੂਸਰੇ ਉਹ ਹਨ ਜਿਹੜੇ ਮਾਇਆ ਵਿੱਚ ਵਰਤਦੇ ਤਾਂ ਹਨ, ਕੋਲ ਬੜਾ ਪਦਾਰਥ ਹੈ, ਪਰ ਪਦਾਰਥਾਂ ਦਾ ਕੋਈ ਖਾਸ ਕਿਸਮ ਦਾ ਲੋਭ ਜਾਂ ਤ੍ਰਿਸ਼ਨਾ ਨਹੀਂ ਹੈ, ਕੇਵਲ ਉਹਨੂੰ ਵਰਤਣ ਦੇ ਲਈ ਚੱਲਦੇ ਹਨ, ਅਤੇ ਕਦੇ ਕਦੇ ਉਹਨਾਂ ਦੇ ਜੀਵਨ ਵਿੱਚ ਲੋਭ ਤ੍ਰਿਸ਼ਨਾ ਜਾਂ ਇੰਜ ਦਾ ਕੁਝ ਪ੍ਰਭਾਵ ਪੈਦਾ ਹੁੰਦਾ। ਹਰ ਵੇਲੇ ਉਹਨਾਂ ਦੀ ਸੁਰਤ ਪਦਾਰਥਾਂ ਵਿਕਾਰਾਂ ਦੀ ਤਰਫ ਨਹੀਂ ਲੱਗੀ ਰਹਿੰਦੀ। ਇਹ ਤੀਜੇ ਉਹ ਹਨ ਕਿ ਜਿਹੜੇ ਬਿਲਕੁਲ ਨਿਰਲੇਪ ਹਨ, ਜਿਹੜੇ ਸਤ ਸਰੂਪ ਦਾ ਅਭਿਆਸ ਕਰਕੇ ਜਗਤ ਵਿੱਚ ਜੀਵਨ ਬਤੀਤ ਕਰ ਰਹੇ ਹਨ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਾਲ ਕਿਰਾੜਾਂ ਦੋਸਤੀ। ਕਿਰਾੜ ਅਸਲ ਦੇ ਵਿੱਚ ਬਾਣੀਆਂ ਨੂੰ ਕਿਹਾ ਜਾਂਦਾ, ਜਿਹੜੇ ਪੈਸੇ ਦਾ, ਪਦਾਰਥਾਂ ਦਾ, ਵਸਤਾਂ ਦਾ ਲੈਣ ਦੇਣ ਵੇਚ ਵਟਾਂਦਰਾ ਕਰਦੇ ਹਨ। ਪਰ ਗੁਰੂ ਸਾਹਿਬ ਜੀ ਦਾ ਭਾਵ ਇਹ ਹੈ, ਨਾਲ ਕਿਰਾੜਾਂ ਦੋਸਤੀ, ਕਿ ਜਿਹਦੇ ਅੰਤਰੀਵੀ ਤੇ ਬਾਹਰੀ ਜੀਵਨ ਦੇ ਵਿੱਚ ਕੇਵਲ ਮਾਇਆ ਦਾ ਹਿੱਤ ਲੱਗਿਆ ਰਹੇ। ਗੁਰੂ ਸਾਹਿਬ ਜੀ ਕਹਿੰਦੇ ਐਸੇ ਮਨੁੱਖਾਂ ਦੇ ਨਾਲ ਅਗਰ ਕਿਸੇ ਜੀਵ ਦੀ ਦੋਸਤੀ ਹੋ ਜਾਵੇ ਤਾਂ ਸਮਝ ਲੈਣਾ ਉਹਦੇ ਨਾਲ ਦੋਸਤੀ ਹੋਣ ਦਾ ਮਤਲਬ ਹੈ ਜੀਵਨ ਦੇ ਵਿੱਚ ਕੂੜ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ। ਜੀਵਨ ਦੇ ਵਿੱਚ ਕੂੜ ਦਾ ਭਾਵ ਨਿਮਨ ਕਿਸਮ ਦਾ ਜੀਵਨ ਬਣਨਾ ਆਪਣੇ ਆਪ ਸ਼ੁਰੂ ਹੋ ਜਾਏਗਾ। ਹੁਣ ਕਿਰਾੜ ਮਨੁੱਖ ਜਾਣਨਾ ਚਾਹੇਗਾ ਕਿ ਕਿਰਾੜ ਬੰਦੇ ਦੇ ਲੱਛਣ ਕੀ ਹੁੰਦੇ ਹਨ। ਕਿਰਾੜ ਬੰਦਾ ਜਿਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਹੈ, ਉਹਦਾ ਵਰਤੋਂ ਵਿਵਹਾਰ ਤੋਂ ਕਿਵੇਂ ਪਤਾ ਲੱਗੇ ਕਿ ਇੱਕ ਕਿਰਾੜ ਕਿਸਮ ਦੀ ਰੁਚੀ ਵਾਲਾ ਹੈ। ਇਹਨੂੰ ਥੋੜ੍ਹਾ ਤੁਲਨਾਤਮਕ ਰੂਪ ਦੇ ਵਿੱਚ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਜੇ ਅਸੀਂ ਅਧਿਆਤਮਿਕ ਨੁਕਤੇ ਤੋਂ ਜਾਣੂ ਹਾਂ ਤਾਂ ਸਾਨੂੰ ਮਨੁੱਖਾ ਜੀਵਨ ਦਾ ਮਨੋਰਥ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ ਗੁਰ ਸ਼ਬਦ ਦੀ ਕਮਾਈ ਕਰਕੇ ਆਪਣੇ ਜੀਵਨ ਦੇ ਉਸ ਅਸਲ ਤੱਤ ਨੂੰ ਜਾਣ ਲੈਣਾ, ਉਹਦੇ ਵਿੱਚ ਅਭੇਦ ਹੋ ਜਾਣਾ, ਜਿਹੜਾ ਜੰਮਣ ਮਰਨ ਵਿੱਚ ਨਹੀਂ ਆਉਂਦਾ। ਇਹ ਮਨੁੱਖਾ ਜੀਵਨ ਦਾ ਮਨੋਰਥ ਦੱਸਿਆ ਜਾਂਦਾ ਹੈ। ਪਰ ਜਿਹੜਾ ਕਿਰਾੜ ਕਿਸਮ ਦਾ ਮਨੁੱਖ ਹੁੰਦਾ ਹੈ, ਉਹਦੇ ਅੰਦਰ ਇਹ ਜਿਹੜੀ ਚੇਤਨਾ ਹੈ ਉਹ ਬਹੁਤ ਹੀ ਮੱਧਮ ਹੁੰਦੀ ਹੈ। ਸਾਰੀ ਜ਼ਿੰਦਗੀ ਦੇਹ ਦਾ ਸੁੱਖ ਵੀ ਹੰਢਾ ਲੈਂਦਾ ਹੈ, ਵਿਕਾਰਾਂ ਦੇ ਰਸ ਵੀ ਮਾਣ ਲੈਂਦਾ ਹੈ, ਪਦਾਰਥਕ ਰੁਚੀਆਂ ਦੇ ਰਸ ਵੀ ਲੈ ਲੈਂਦਾ ਹੈ, ਵਾਸਨਾ ਦੇ ਸੰਬੰਧਾਂ ਵਿੱਚ ਵੀ ਜਿਉਂ ਲੈਂਦਾ ਹੈ। ਪਰ ਕਦੇ ਇਸ ਗੱਲ ਦਾ ਉਹਦੇ ਅੰਦਰ ਚਿੰਤਨ ਨਹੀਂ ਜਾਗਦਾ, ਜਾਂ ਉਹਦੇ ਅੰਦਰ ਇਹ ਖਿਆਲ ਹੀ ਨਹੀਂ ਆਉਂਦਾ ਕਿ ਆਹ ਜਿਹੜਾ ਸਾਰਾ ਜੀਵਨ ਬਣਿਆ
ਦੇਹ ਨੂੰ ਰਚਣ ਵਾਲਾ, ਸਾਰੇ ਜੀਵਨ ਦੀ ਸਵਾਸ ਪ੍ਰਕਿਰਿਆ ਨੂੰ ਚਲਾਉਣ ਵਾਲਾ ਕਿਹੜਾ ਐਸਾ ਪਰਮ ਤੱਤ ਹੈ, ਕਿਹੜੀ ਸ਼ਕਤੀ ਹੈ ਜਿਹੜੀ ਜੀਵਨ ਦੇ ਵਿੱਚ ਵਿਚਰ ਰਹੀ ਹੈ। ਇਸ ਕਰਕੇ ਕਿਰਾੜ ਕਿਸਮ ਦਾ ਬੰਦਾ ਕਦੇ ਆਪਣੀ ਆਤਮਾ ਪ੍ਰਤੀ, ਜੋ ਸਰੀਰ ਦੇ ਅੰਦਰ ਮਾਲਕ ਦੀ ਜੋਤ ਸਰੂਪ ਸੱਤਾ ਵਿਚਰ ਰਹੀ ਹੈ, ਇਹਦੇ ਬਾਰੇ ਕਦੇ ਬਾਤ ਕਰਦਾ ਤੁਹਾਨੂੰ ਮਿਲੇਗਾ ਹੀ ਨਹੀਂ। ਇਹ ਪਹਿਲਾ ਲੱਛਣ। ਦੂਜਾ ਹੈ ਉਹਦੀ ਜਿਤਨੀ ਕਿਸਮ ਦੀ ਕਲਪਨਾ ਹੈ, ਉਹਦੀ ਕਲਪਨਾ, ਉਹਦੀ ਚਿਤਵਨੀ, ਉਹਦੇ ਅਹਿਸਾਸ, ਉਹਦੀ ਉਮੀਦ, ਉਹਦੀ ਮਨਸ਼ਾ, ਉਹਦਾ ਸਾਰਾ ਕੁਝ ਮਾਇਆ ਦੇ ਹਿੱਤ ਨਾਲ ਜੁੜਿਆ ਹੋਏਗਾ। ਮਾਇਆ ਦੇ ਹਿੱਤ ਨਾਲ ਜੁੜਨ ਦਾ ਭਾਵ ਇਹ ਹੈ ਕਿ ਕਦੇ ਤਾਂ ਉਹਦੀ ਜਿਵੇਂ ਪਦਾਰਥ ਦਾ ਲੋਭ ਭਾਰੂ ਹੋ ਜਾਏਗਾ, ਹਰ ਵਕਤ ਪਦਾਰਥ ਦਾ ਲੋਭ ਭਾਰੀ ਰਹੇਗਾ। ਕਦੀ ਉਹਦੇ ਅੰਦਰ ਵਿਕਾਰਾਂ ਦੀ ਵਾਸਨਾ ਇੰਨੀ ਜ਼ਿਆਦਾ ਹੋਵੇਗੀ ਕਿ ਸੁਪਨ ਅਵਸਥਾ ਦੇ ਵਿੱਚ ਵੀ ਵਿਕਾਰਾਂ ਦੇ ਸਹਿਤ ਹੋਏਗਾ, ਅਤੇ ਬਾਹਰੀ ਜਗਤ ਦੇ ਨਾਲ ਇੰਨਾ ਜ਼ਿਆਦਾ ਆਕਰਸ਼ਣ ਹੋਵੇਗਾ ਕਿ ਉਹਨਾਂ ਤੋਂ ਜਰਾ ਜਿੰਨੀ ਦੂਰੀ ਵੀ ਬਰਦਾਸ਼ਤ ਨਹੀਂ ਕਰ ਸਕੇਗਾ। ਇਸ ਕਰਕੇ ਕਿਰਾੜ ਬੰਦੇ ਦੇ ਇਹ ਲੱਛਣ ਹਨ। ਇਸ ਤੋਂ ਅੱਗੇ ਹਨ, ਕਿਰਾੜ ਬੰਦਾ ਹਮੇਸ਼ਾ ਆਪਣੀ ਸੁਰਤ ਨੂੰ ਇੱਕੋ ਸਿੱਧਤ ਰੱਖਦਾ ਹੈ। ਇੱਕੋ ਸਿੱਧਤ ਦਾ ਭਾਵ ਇਹ ਹੈ ਕਿ ਉਹਨੂੰ ਕਿਸੇ ਹੋਰ ਤੱਤ ਨਾਲ ਵਾਸਤਾ ਨਹੀਂ, ਉਹਨੂੰ ਕੇਵਲ ਵਾਸਤਾ ਹੈ ਕਿ ਮਾਇਆ ਦੀਆਂ ਜਿੰਨੀਆਂ ਰੁਚੀਆਂ ਉਹਦੇ ਅੰਦਰ ਪੈਦਾ ਹੁੰਦੀਆਂ ਹਨ, ਉਹਨੂੰ ਪੂਰੀਆਂ ਕਿਵੇਂ ਕਰਨਾ ਹੈ। ਜੇ ਨਹੀਂ ਵੀ ਪੂਰੀਆਂ ਹੋਈਆਂ ਤਾਂ ਉਹ ਟਲਦਾ ਨਹੀਂ, ਨਜਾਇਜ਼ ਢੰਗ ਦੇ ਨਾਲ ਪੂਰੀਆਂ ਕਰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਨਾਲ ਕਿਰਾੜਾਂ ਦੋਸਤੀ, ਕਿ ਇਹੋ ਜਿਹੇ ਮਨੁੱਖ ਜਿਨ੍ਹਾਂ ਦੇ ਜੀਵਨ ਵਿੱਚ ਆਪਣੀ ਜੋਤ ਸਰੂਪ ਦੀ ਪਛਾਣ ਨਹੀਂ, ਪਦਾਰਥ ਦੀ ਬਾਹਰੀ ਵਾਸਨਾ ਦੇ ਵਿੱਚ ਗ੍ਰਸਤ ਹਨ, ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦੇ ਨਾਲ ਮਨੁੱਖ ਜੇ ਤੇਰੀ ਦੋਸਤੀ ਪੈ ਗਈ, ਕੂੜੈ ਕੂੜੀ ਪਾਏ। ਇਹ ਤਾਂ ਪਹਿਲਾਂ ਆਪ ਕੂੜ ਜੀਵਨ ਵਾਲੇ ਹਨ। ਕਿਉਂ? ਕਿਉਂਕਿ ਨਾਸ਼ਵਾਨ ਪਦਾਰਥਾਂ ਨੂੰ ਸੰਚ ਰਹੇ ਹਨ, ਨਾਸ਼ਵਾਨ ਜੀਵਨ ਦਾ ਮੋਹ ਪਾਲ ਰਹੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦਾ ਆਪਣਾ ਜੀਵਨ ਕੂੜ ਵਰਗਾ ਹੈ, ਭਾਵ ਕਿ ਝੂਠ ਦੇ ਨਾਲ, ਅਗਿਆਨ ਦੇ ਨਾਲ, ਅਵਿਦਿਆ ਦੇ ਨਾਲ, ਭਰਮ ਦੇ ਨਾਲ ਭਰਿਆ ਹੋਇਆ ਹੈ। ਅਤੇ ਇਹਨਾਂ ਦੇ ਸੰਪਰਕ ਵਿੱਚ ਆ ਕੇ ਮਨੁੱਖ, ਤੇਰਾ ਜੀਵਨ ਵੀ ਜਿਹੜਾ ਹੈ ਇਸ ਤਰ੍ਹਾਂ ਦਾ ਹੋਣਾ ਸ਼ੁਰੂ ਹੋ ਜਾਵੇਗਾ। ਹੁਣ ਇਸ ਗੱਲ ਦਾ ਭਾਵ ਕੀ ਹੈ? ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਸਾਰੇ ਸਮਾਜ ਵਿੱਚ ਵਿਚਰਦੇ ਹਾਂ। ਕਿੰਨੇ ਐਸੇ ਸ਼ਖਸ ਨੇ ਜਾਂ ਕੁਦਰਤੀ ਇੱਕ ਦਿਨ ਦਾ ਨਿਰਣਾ ਕਰ ਲੈਣਾ, ਇੱਕ ਦਿਨ ਦਾ ਸਾਡੀ 24 ਘੰਟੇ ਦਾ ਸਮਾਜਿਕ ਜੀਵਨ ਦੀ ਜੇ ਅਸੀਂ ਬਾਤ ਕਰ ਲਈਏ, ਕਿੰਨੇ ਐਸੇ ਮਨੁੱਖ ਨੇ ਜਿਹੜੇ ਸਾਡੇ ਅੰਦਰ ਗੁਰੂ ਸ਼ਬਦ ਦਾ ਕੋਈ ਸੰਚਾਰ ਕਰਦੇ ਨੇ, ਭਾਵ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ਬਦ ਦੀ ਵਿਚਾਰ ਕਰਕੇ, ਸ਼ਬਦ ਦਾ ਕੀਰਤਨ ਸੁਣਾ ਕੇ, ਸ਼ਬਦ ਦੇ ਉੱਪਰ ਗੋਸ਼ਟ ਕਰਕੇ, ਜਾਂ ਕਿਸੇ ਆਮ ਸਰਲ ਭਾਵ ਦੇ ਵਿੱਚ ਗੱਲਬਾਤ ਦੁਆਰਾ ਸਾਨੂੰ ਗੁਰੂ ਸ਼ਬਦ ਨਾਲ ਜੋੜਦੇ ਹਨ। ਕਿੰਨੇ ਕੁ ਇਨਸਾਨ ਨੇ, ਆਪਣੇ ਪਰਿਵਾਰ, ਗੁਆਂਢ, ਸਮਾਜ ਸਭ ਦੇ ਵਿੱਚ ਤਲਾਸ਼ ਕਰੋਗੇ ਤੇ ਮੁਸ਼ਕਲ ਦੇ ਨਾਲ ਕਿਤੇ ਇੱਕ ਅੱਧ ਬੰਦਾ ਮਿਲੇਗਾ। ਪਰ ਦੂਜੀ ਤਰਫ ਮਾਇਆ ਦੇ ਹਿੱਤ ਦੀ ਗੱਲ ਕਰਨੀ ਹੋਵੇ ਕਿ ਮਾਇਆ ਸੰਚਣੀ ਕਿਵੇਂ ਹੈ, 50 ਕਿਸਮ ਦੇ ਜਾਇਜ਼ ਤੇ ਨਾਜਾਇਜ਼ ਢੰਗ ਤੁਹਾਨੂੰ ਹਰੇਕ ਬੰਦਾ ਦੱਸ ਦੇਗਾ। ਜੀਵਨ ਦੇ ਵਿੱਚ ਆਪਣੀ ਤ੍ਰਿਸ਼ਨਾ ਦੀ ਹੋੜ ਨੂੰ ਕਿਵੇਂ ਪੂਰਾ ਕਰਨਾ ਹੈ, ਹਰੇਕ ਬੰਦੇ ਕੋਲੇ ਦੇ ਸੂਤਰ ਪਏ ਹਨ, ਪਰ ਗੁਰੂ ਸ਼ਬਦ ਦੀ ਗਹਿਰਾਈ ਵਿੱਚ ਕਿਵੇਂ ਉਤਰਨਾ ਹੈ, ਇਹਦਾ ਢੰਗ, ਇਹਦਾ ਅਭਿਆਸ, ਇਹਦਾ ਅਨੁਭਵ ਕਿਸੇ ਕੋਲ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਨਾਲ ਕਿਰਾੜਾਂ ਦੋਸਤੀ। ਅਸੀਂ ਹੁਣ ਉਦਾਹਰਨ ਦੇ ਤੌਰ 'ਤੇ ਕਦੇ ਆਪਣੇ ਸਤਸੰਗੀ ਹੋਣ ਦੀ ਸਾਧਨਾ ਨੂੰ ਥੋੜ੍ਹਾ ਮੁਲਾਂਕਣ ਕਰੀਏ ਕਿ ਅਸੀਂ ਕਿਹੜੀ ਸ਼੍ਰੇਣੀ ਦੇ ਸਤਸੰਗੀ ਹਾਂ। ਬੱਚੇ ਨੇ ਆਰੰਭਕ ਵਿੱਦਿਆ ਪੂਰੀ ਕਰਨੀ ਹੁੰਦੀ ਨਾ, ਉਹ ਵਿੱਦਿਆ ਦਾ ਧਨ ਪ੍ਰਾਪਤ ਕਰਨ ਦੇ ਲਈ 8-10 ਘੰਟੇ ਸਕੂਲ ਨੂੰ ਦਿੰਦਾ ਹੈ, ਉਸ ਤੋਂ ਬਾਅਦ 2-3 ਘੰਟੇ ਟਿਊਸ਼ਨ ਨੂੰ ਦਿੰਦਾ ਹੈ, ਉਸ ਤੋਂ ਬਾਅਦ ਉਹਦੇ ਮਾਪਿਆਂ ਦਾ ਵੀ ਤਾਣ ਲੱਗਾ ਹੁੰਦਾ ਕਿ ਸਬਕ ਇਹਦੀ ਬੁੱਧੀ ਦੇ ਅੰਦਰ ਪੂਰਾ ਬੈਠ ਜਾਵੇ। ਇੱਕ ਵਿੱਦਿਆ ਦਾ ਧਨ ਪ੍ਰਾਪਤ ਕਰਨ ਦੇ ਲਈ ਉਹ ਵਿੱਦਿਆ ਦੇ ਨਾਲ ਘੱਟੋ ਘੱਟ ਇੱਕ ਦਿਨ ਦੇ ਵਿੱਚ 10 ਤੋਂ 12 ਘੰਟੇ ਬਤੀਤ ਕਰ ਰਿਹਾ ਹੈ, ਅਤੇ ਉਹ ਆ ਵੀ ਜਾਏਗੀ ਕਿਉਂਕਿ ਉਹ ਯਾਦਦਾਸ਼ਤ ਦਾ ਮਸਲਾ ਹੈ, ਅੰਡਰਸਟੈਂਡਿੰਗ ਦਾ ਮਸਲਾ ਥੋੜ੍ਹਾ ਬਹੁਤ। ਪਰ ਜਿਹੜੀ ਗੁਰੂ ਸ਼ਬਦ ਦੀ ਗਹਿਰਾਈ ਹੈ, ਇਹਦੀ ਤਾਂ ਕਮਾਈ ਕਰਕੇ ਵੀ ਮਨੁੱਖ ਦਾ ਕਈ ਵਾਰੀ ਠਹਿਰਾਓ ਨਹੀਂ ਬਣਦਾ। ਇਸ ਕਰਕੇ ਪਰ ਸਾਨੂੰ ਉਹ ਮਿਲਦੇ ਬੰਦੇ ਘੱਟ ਹਨ। ਇਸ ਕਰਕੇ ਗੁਰੂ ਸਾਹਿਬ ਜੀ, ਤਾਂ ਕਰਕੇ ਸਮਾਜ ਵਿੱਚ ਭਗਤੀ ਪ੍ਰਫੁੱਲਤ ਨਹੀਂ ਹੁੰਦੀ।
ਜਾਓ ਕਿਤੇ ਮਜਲਿਸ ਦੇ ਵਿੱਚ ਬੈਠ ਕੇ ਕਹਿਣਾ ਕਿ ਅੱਜ ਦਾ ਮੁੱਖ ਵਾਕ ਆਇਆ, ਚਲੋ ਅਸੀਂ ਇਹਦੀ ਵਿਚਾਰ ਕਰਦੇ ਹਾਂ। ਜੇ ਕੋਈ ਉਹਦੇ 'ਤੇ 5 ਵਾਕ ਵੀ ਬੋਲ ਜਾਵੇ ਤਾਂ ਦੇਖ ਲੈਣਾ। ਪਰ ਉੱਥੇ ਕੋਈ ਰਾਜਨੀਤੀ ਦੀ ਸ਼ੋਸ਼ੇਪਣ ਵਾਲੀ ਚਰਚਾ ਛੇੜ ਦਿਓ ਜਾਂ ਵਕਾਰਾਂ ਭਰੀਆਂ ਗੱਲਾਂ ਬਾਤਾਂ ਦੀ ਲੜੀ ਛੇੜ ਦਿਓ, ਜੇ ਕਿਤੇ ਸ਼ਾਮ ਤੱਕ ਉਹ ਰੁਕ ਜਾਵੇ ਤਾਂ ਕਹਿਣਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਲ ਕਿਰਾੜਾ ਦੋਸਤੀ, ਕਿ ਜਿਹੜੇ ਆਪ ਮਾਇਆ ਦੇ ਹਿੱਤ ਵਿੱਚ ਜਿਨ੍ਹਾਂ ਦੀ ਸੁਰਤ ਲੱਗੀ ਹੈ, ਜਿਨ੍ਹਾਂ ਦੀ ਕਲਪਨਾ, ਜਿਨ੍ਹਾਂ ਦੀ ਮਨਸ਼ਾ, ਜਿਨ੍ਹਾਂ ਦੇ ਅਹਿਸਾਸ, ਜਿਨ੍ਹਾਂ ਦੀ ਉਮੀਦ, ਸਾਰਾ ਕੁਝ ਮਾਇਆ ਦੇ ਹਿੱਤ। ਮਾਇਆ ਦੇ ਹਿੱਤ ਦਾ ਭਾਵ ਜਾਂ ਤਾਂ ਪਦਾਰਥ ਦਾ ਲੋਭ ਦੇ ਵਿੱਚ ਹੋਣਗੇ, ਅਹੰਕਾਰ ਦੀ ਵਾਸਨਾ ਵਿੱਚ ਹੋਣਗੇ, ਕਾਮ ਦੀ ਉਤੇਜਨਾ ਵਿੱਚ ਹੋਣਗੇ, ਮੋਹ ਦੀ ਗ੍ਰਸਤਤਾ ਵਿੱਚ ਹੋਣਗੇ, ਤ੍ਰਿਸ਼ਨਾ ਦੀ ਅਗਨ ਵਿੱਚ ਦਗਧ ਹੋ ਰਹੇ ਹੋਣਗੇ। ਇਹ ਕੋਈ ਵੀ ਕਾਰਨ ਹੋ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਐਸੇ ਮਨੁੱਖਾਂ ਦਾ ਜੀਵਨ ਪਹਿਲਾਂ ਹੀ ਕੂੜ ਵਰਗਾ ਹੁੰਦਾ, ਅਤੇ ਇਹਨਾਂ ਦੇ ਨਾਲ ਦੋਸਤੀ ਕਰਕੇ ਕੂੜੈ ਕੂੜੀ ਪਾਏ। ਹੁਣ ਕੋਈ ਮਨੁੱਖ ਕਿਸੇ ਕੂੜੇ ਦੇ ਕਰਕਟ ਦੇ ਢੇਰ ਵਿੱਚ ਸ਼ਾਮਲ ਹੋ ਜਾਵੇ, ਚਲਿਆ ਜਾਵੇ, ਦਾਖਲ ਹੋ ਜਾਵੇ, ਕਿੰਨਾ ਵੀ ਬਚਾਅ ਕਿਉਂ ਨਾ ਕਰੇ, ਆਪਣੇ ਸਰੀਰ ਨੂੰ ਕੂੜੇ ਦਾ ਕੋਈ ਅੰਸ਼ ਨਾ ਲੱਗਣ ਦੇਵੇ, ਪਰ ਕੂੜੇ ਦੇ ਢੇਰ ਵਿੱਚ ਖਲੋਣ ਦੇ ਨਾਲ ਇਉਂ ਪ੍ਰਤੀਤ ਹੋਵੇਗਾ ਕਿ ਬਦਬੂ ਉਹਦੇ ਵੱਲੋਂ ਆਉਂਦੀ ਹੋਈ ਪ੍ਰਤੀਤ ਹੋਣ ਲੱਗ ਪਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੂੜੈ ਕੂੜੀ ਦਾ ਪਾਏ ਦਾ ਭਾਵ ਇਹ ਹੈ, ਕਿਉਂਕਿ ਇਸ ਤੋਂ ਪਹਿਲਾਂ ਸ਼ਲੋਕ ਇਹ ਆਇਆ ਹੈ ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਇਤ ਮਾਰਗ ਪੈਰ ਧਰੀਜੈ, ਕਿ ਦੁਨੀਆਦਾਰਾਂ ਦੇ ਨਾਲ ਗਹਿਰੇ ਸੰਬੰਧ ਰੱਖ ਕੇ, ਕਿਰਾੜ ਬੰਦਿਆਂ ਦੇ ਨਾਲ ਆਪਣੇ ਗਹਿਰੇ ਸੰਬੰਧ ਰੱਖ ਕੇ, ਉਹਨਾਂ ਦੀ ਮਜਲਿਸ ਦੇ ਵਿੱਚ ਰੋਜ਼ਾਨਾ ਵਿਚਰ ਕੇ ਮਤਾ ਕਿਤੇ ਮਨੁੱਖ ਯਾਦ ਰੱਖੇ ਕਿ ਮੇਰੀ ਧਰਮ ਦੇ ਵਿੱਚ ਉੱਨਤੀ ਹੋ ਜਾਏਗੀ, ਕਦੇ ਵੀ ਨਹੀਂ ਹੋਏਗੀ। ਸਾਡੀ ਸੁਰਤ ਨੇ ਮਸਾਂ ਜਗਤ ਦੀ ਅਸਲੀਅਤ ਨੂੰ ਦ੍ਰਿੜ ਕੀਤਾ ਹੁੰਦਾ ਹੈ। ਕਿੰਨਾ ਕੁ ਸਾਡੇ ਜੀਵਨ ਦਾ ਹਿੱਸਾ ਜਦੋਂ ਅਸੀਂ ਆਪਣੇ ਜੀਵਨ ਦੇ ਅਸਲ ਤੱਤ ਦੀ ਵਿਚਾਰ ਕਰਦੇ ਹਾਂ, ਆਹੀ ਇੱਕ ਸਮਾਂ ਬਚਦਾ ਹੈ। ਇਸ ਸਮੇਂ ਦੇ ਵਿੱਚ ਕੀਤੀ ਹੋਈ ਵਿਚਾਰ ਤੋਂ ਬਾਅਦ ਜਦੋਂ ਕਿਸੇ ਕਿਰਾੜ ਕਿਸਮ ਦੇ ਮਾਇਆ ਦੇ ਹਿੱਤ ਵਾਲੇ ਬੰਦੇ ਦੇ ਕੋਲ ਬੈਠਾਂਗੇ ਤਾਂ ਉਹਨਾਂ ਸਾਡੇ ਜੀਵਨ ਦਾ ਜਿਹੜਾ ਮਨੋਰਥ ਅਸੀਂ ਗੁਰੂ ਸ਼ਬਦ ਦੀ ਵਿਚਾਰ ਨਾਲ ਦ੍ਰਿੜ ਕੀਤਾ ਹੈ, ਉਹ ਕਹੇਗਾ ਇਹ ਪਾਰਲੌਕਿਕ ਕਿਸਮ ਦੀਆਂ ਗੱਲਾਂ ਹਨ, ਇਹਨਾਂ ਦਾ ਕੋਈ ਅਸਲ ਵਜੂਦ ਨਹੀਂ ਹੈ। ਤਾਂ ਉਹਦੀ ਚਲਾਕੀ ਭਰੀ ਬਾਤ ਸਾਨੂੰ ਬੜੀ ਵਾਰੀ ਸਹਿਮਤ ਕਰ ਲੇਗੀ ਕਿ ਨਹੀਂ, ਵਾਕਿਆ ਹੀ ਅਧਿਆਤਮਿਕ ਜਗਤ ਦੀਆਂ ਬਾਤਾਂ ਤਾਂ ਆਕਾਸ਼ੀ ਕਿਸਮ ਦੀਆਂ ਹਨ, ਰੀਅਲ 'ਚ ਇਹਨਾਂ ਦਾ ਕੋਈ ਵਜੂਦ ਨਹੀਂ ਹੈ। ਅਤੇ ਉਹ ਆਪਣੇ ਜੀਵਨ ਦੇ ਕੂੜ ਦਾ ਭਾਰ ਦੂਜੇ 'ਤੇ ਵੀ ਪਾ ਦਿੰਦਾ। ਮੈਂ ਬਾਕਾਇਦਾ ਦੇਖਿਆ ਹੋਇਆ, ਜੀਵਨ ਦੇ ਵਿੱਚ ਦੇਖਿਆ ਹੋਇਆ ਹੈ ਕਿ ਇੱਕ ਬੰਦਾ ਕਈ ਮਹੀਨੇ ਕਥਾ ਸੁਣ ਕੇ ਉਹਦੀ ਬੁੱਧੀ ਦਾ, ਉਹਦੇ ਚਿੰਤਨ ਦਾ, ਉਹਦੇ ਵਿਚਾਰਕ ਸੁਭਾਅ ਦਾ ਥੋੜ੍ਹਾ ਜਿਹਾ ਪੱਧਰ ਬਣਿਆ। ਕਿਸੇ ਦਿਨ ਐਸੇ ਬੰਦੇ ਦੀ ਸੰਗਤ ਕਰ ਲਈ, ਸਭ ਕੁਝ ਤੇ ਕਿੰਤੂ ਪਰੰਤੂ ਕਰਨ ਲੱਗ ਪਿਆ, ਆਪਣੀ ਸ਼ਰਧਾ ਦਾ ਮੁਕਾਮ ਵੀ ਡੇਗ ਲਿਆ, ਗਿਆਨ ਦੀ ਬਣੀ ਹੋਈ ਜਗਿਆਸਾ ਨੂੰ ਵੀ ਖਤਮ ਕਰ ਬੈਠਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੂੜੈ ਕੂੜੀ ਪਾਏ। ਹੁਣ ਸਾਡੇ ਜੀਵਨ 'ਚ ਕਿਰਾੜ ਬੰਦੇ ਕੂੜ ਕਿਵੇਂ ਭਰਦੇ ਹਨ, ਝੂਠ ਦੀ ਭਰਮਾਰ ਕਿਵੇਂ ਕਰਦੇ ਹਨ, ਉਹਦੇ ਵੀ ਕੋਈ ਢੰਗ ਹੋਣਗੇ। ਸਾਡੇ ਅੰਦਰ ਭਾਵਨਾ ਸਾਡੇ ਜੀਵਨ ਦੇ ਮਨੋਰਥ ਨੂੰ ਉਹ ਮਾਇਆ ਦੇ ਨਾਲ ਕੇਂਦਰਿਤ ਕਰਕੇ ਜੋੜਨਗੇ। ਅਸੀਂ ਗੁਰੂ ਸ਼ਬਦ ਦਾ ਧਨ ਕਮਾਉਂਦੇ ਆਪਣੇ ਆਪ ਨੂੰ ਸਬਰ, ਸੰਤੋਖ ਅਤੇ ਸ਼ੁਕਰਾਨੇ ਵਿੱਚ ਢਾਲਣ ਦਾ ਯਤਨ ਕਰ ਰਹੇ ਹਾਂ। ਉਹਨਾਂ ਦੀ ਸੰਗਤ ਵਿੱਚ ਬੈਠਾਂਗੇ ਅਤੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਆਪ ਸੜ ਰਹੇ ਨੇ। ਸਾਨੂੰ ਵੀ ਕਹਿਣਗੇ ਕਿ ਇੰਜ ਨਿਸ਼ਕਿਰਿਆ ਹੋ ਕੇ ਬੈਠਣ ਦਾ ਕੋਈ ਅਰਥ ਨਹੀਂ, ਕਿਸੇ ਨਾ ਕਿਸੇ ਪਾਸੇ ਨਿਵੇਸ਼ ਕਰੋ, ਕੋਈ ਨਾ ਕੋਈ ਯਤਨ ਕਰੋ, ਕੋਈ ਨਾ ਕੋਈ ਜਾਇਜ਼ ਨਜਾਇਜ਼ ਉੱਦਮ ਕਰੋ। ਸਾਡੇ ਜੀਵਨ ਦੇ ਵਿੱਚ ਮਨੁੱਖਾਂ ਦੇ ਨਾਲ ਛਲ ਕਪਟ ਤੋਂ ਬਚਣ ਦੀ ਅਧਿਆਤਮਿਕ ਕਿਸਮ ਦਾ ਸੁਭਾਅ ਬਣਨਾ ਸ਼ੁਰੂ ਹੋਇਆ ਹੈ, ਅਤੇ ਉਹਨਾਂ ਨੇ ਆਪਣਾ ਫੰਡਾ ਹੀ ਇਹ ਰੱਖਿਆ ਹੁੰਦਾ ਹੈ ਕਿ ਕਪਟ ਬਿਨਾਂ ਤਾਂ ਜੀਵਨ ਦੇ ਵਿੱਚ ਤਰੱਕੀ ਨਹੀਂ ਹੁੰਦੀ। ਇਸ ਕਰਕੇ ਸਾਡੇ ਜੀਵਨ ਦੇ ਵਿੱਚ ਭਗਤੀ ਕਰਮ ਦੀ ਸਰਮੌਰਤਾ ਹੈ, ਕਿਉਂਕਿ ਅਸੀਂ ਗੁਰੂ ਸ਼ਬਦ ਨਾਲ ਜੁੜਦੇ ਹਾਂ ਅਤੇ ਉਹਨਾਂ ਦੇ ਜੀਵਨ ਵਿੱਚ ਹੁੰਦਾ ਹੈ ਕਿ ਇਹ ਦੇਹ ਵਿਕਾਰਾਂ ਦੇ ਰਸ ਮਾਣਨ ਨੂੰ ਮਿਲੀ, ਜਿੰਨੇ ਮਰਜ਼ੀ ਮਾਣੋ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੂੜੈ ਕੂੜੀ ਪਾਏ, ਕਿ ਕਿਰਾੜ ਮਨੁੱਖਾਂ ਦੇ ਨਾਲ ਦੋਸਤੀ ਕਰਕੇ ਮਨੁੱਖ ਦਾ ਜੀਵਨ ਕੂੜ ਦੇ ਨਾਲ ਭਰ ਜਾਂਦਾ। ਕੂੜ ਦਾ ਭਾਵ ਜਿਹਦਾ ਕੋਈ ਮਨੋਰਥ ਨਹੀਂ,
ਜਿਹਦੇ ਵਿੱਚੋਂ ਕੁਝ ਚੰਗਾ ਨਹੀਂ ਪੈਦਾ ਹੋਣਾ, ਇੰਨਾ ਜ਼ਿਆਦਾ ਜੀਵਨ ਨਿਮਨ ਹੋ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ, ਕਿ ਐਸੇ ਮਨੁੱਖਾਂ ਦੇ ਸੰਗ ਦੋਸਤੀ ਕਰਕੇ ਮੁੜ ਕੇ ਮਰਨਾ ਚਿੱਤ ਨਹੀਂ ਆਉਂਦਾ, ਅਤੇ ਨਾ ਹੀ ਜੀਵਨ ਦੇ ਵਿੱਚ ਕੋਈ ਵੱਡੇ ਮੁਕਾਮ ਨੂੰ ਬੰਦਾ ਪ੍ਰਾਪਤ ਕਰਦਾ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਮੂਲਿਆ। ਜਦ ਸਤਿਗੁਰੂ ਸਾਹਿਬ ਜੀ ਸਿਆਲਕੋਟ ਗਏ, ਉੱਥੇ ਗੁਰੂ ਨਾਨਕ ਜਿਹੜਾ ਹਮਜਾ ਗੌਸ ਪੀਰ ਨੇ ਕਿਹਾ ਸੀ ਕਿ ਮੈਂ ਸਾਰਾ ਨਗਰ ਤਬਾਹ ਕਰ ਦੇਣਾ, ਸਾਰਾ ਨਗਰ ਝੂਠਿਆਂ ਦਾ ਹੈ, ਜਿਹੜੇ ਹੈ ਕੂੜਹਾਰੀ ਬੰਦਿਆਂ ਦਾ ਇਹ ਨਗਰ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਨਹੀਂ, ਕੋਈ ਨਾ ਕੋਈ ਤਾਂ ਹੋਏਗਾ। ਭਾਈ ਮਰਦਾਨਾ ਜੀ ਨੂੰ 1 ਟਕੇ ਦਾ ਸੱਚ ਝੂਠ ਖਰੀਦਣ ਦੇ ਲਈ ਭੇਜਿਆ, ਅਤੇ ਮੂਲਾ ਇੱਕ ਦੁਕਾਨਦਾਰ ਬਾਣੀਆਂ ਸੀ। ਜਦੋਂ ਉਹਨੇ ਵਾਕ ਪੜ੍ਹਿਆ ਅਤੇ ਉਹ ਟਕੇ ਲੈ ਕੇ ਲਿਖ ਦਿੱਤਾ, ਜਿਉਂ ਮਰਨਾ ਸੱਚ ਅਤੇ ਜਿਉਣਾ ਝੂਠ। ਗੁਰੂ ਸਾਹਿਬ ਜੀ ਨੇ ਜਾਣਿਆ ਕਿ ਇਹਦੀ ਬਿਰਤੀ ਬੜੀ ਉੱਤਮ ਹੈ। ਬਾਅਦ 'ਚ ਬੁਲਾਇਆ, ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਲੱਗ ਗਿਆ ਅਤੇ ਨਾਲ ਚੱਲ ਪਿਆ ਉਦਾਸੀਆਂ ਦੇ ਯਾਤਰਾ 'ਤੇ। ਕਾਫੀ ਮਾਰਗ ਉਹਨੇ ਤੈਅ ਕਰ ਲਿਆ। ਫਿਰ ਗੁਰੂ ਸਾਹਿਬ ਜੀ ਨੇ ਇਹਦੇ ਅੰਦਰ ਦਾ ਸੱਚ ਪਛਾਣਨਾ ਸੀ ਕਿ ਸੱਚ ਦੀ ਜਾਣਕਾਰੀ ਤਾਂ ਹੈ, ਸੱਚ ਦਾ ਅਨੁਭਵ ਇਹਦੇ ਕੋਲ ਹੈ ਕਿ ਨਹੀਂ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਹਿ ਦਿੱਤਾ ਕਿ ਮੂਲਿਆ ਤੇਰੀ ਪਤਨੀ ਨੂੰ ਕਿਸੇ ਨੇ ਭਰਮ ਪਾ ਦਿੱਤਾ ਹੈ ਕਿ ਮੂਲਾ ਤਾਂ ਕਿਤੇ ਦੂਰ ਪ੍ਰਦੇਸ਼ ਦੇ ਵਿੱਚ ਜਾ ਕੇ ਕਾਲਵਸ ਹੋ ਗਿਆ, ਮਰ ਗਿਆ ਹੈ, ਕਿਸ ਕਰਕੇ ਉਹ ਸਤੀ ਹੋਣ ਵਾਲੀ, ਅਤੇ ਲੋਕ ਤੇਰੀ ਪਤਨੀ ਨੂੰ ਜਬਰੀ ਸਤੀ ਕਰਨ ਲੱਗੇ ਹਨ, ਕਿਉਂਕਿ ਚਰਚਾ ਫੈਲ ਗਈ ਹੈ ਕਿ ਤੇਰਾ ਜੀਵਨ ਖਤਮ ਹੋ ਗਿਆ, ਹੁਣ ਕੀਤਾ ਕੀ ਜਾਵੇ। ਉਸ ਵਕਤ ਕਹਿਣ ਲੱਗਾ ਸਤਿਗੁਰੂ ਸਾਹਿਬ ਜੀ, ਆਪ ਹੀ ਇਹ ਵਾਕ ਲਿਖਿਆ ਹੈ ਕਿ ਮਰਨਾ ਸੱਚ ਅਤੇ ਜਿਉਣਾ ਝੂਠ। ਕਹਿਣ ਲੱਗਾ ਸਤਿਗੁਰੂ ਸਾਹਿਬ ਜੀ, ਜੇ ਮੇਰੇ ਬਿਨਾਂ ਮੇਰੀ ਪਤਨੀ ਮਰ ਗਈ, ਮੇਰਾ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਏਗਾ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਆਪਣੀ ਅਜ਼ਮਤ ਦੇ ਨਾਲ ਇਹਨੂੰ ਪਲਾਖਿਨਾਂ ਦੇ ਵਿੱਚ ਸਿਆਲਕੋਟ ਭੇਜ ਦਿੱਤਾ। ਇੱਥੇ ਆ ਕੇ ਫਿਰ ਇਹ ਆਪਣੇ ਪਰਿਵਾਰ ਵਿੱਚ ਗ੍ਰਸਤ ਹੋ ਗਿਆ। ਕੁਝ ਮਹੀਨਿਆਂ ਬਾਅਦ ਗੁਰੂ ਨਾਨਕ ਸਾਹਿਬ ਫਿਰ ਸਿਆਲਕੋਟ ਆਏ, ਅਤੇ ਜਾ ਕੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾ ਉਹਨੂੰ ਬੁਲਾ ਕੇ ਲਿਆ, ਸਾਡਾ ਸਤਸੰਗੀ ਹੈ। ਗਿਆ ਅਤੇ ਅੱਗੋਂ ਆਪਣੀ ਪਤਨੀ ਨੂੰ ਬਹਾਨਾ ਬਣਾ ਕੇ ਕਹਿ ਦਿੱਤਾ ਕਿ ਕਹਿ ਦੇਈਂ ਕਿ ਉਹ ਕਿਤੇ ਗਿਆ ਹੋਇਆ ਹੈ। ਤਾਂ ਜਦੋਂ ਉਹਨੇ ਪਤਨੀ ਨੇ ਬਹਾਨਾ ਬਣਾ ਦਿੱਤਾ ਭਾਈ ਮਰਦਾਨਾ ਜੀ ਨੂੰ, ਤਾਂ ਗੁਰੂ ਨਾਨਕ ਦੇਵ ਸਾਹਿਬ ਜਾਣ ਗਏ ਕਿ ਨਾਲ ਕਿਰਾੜਾ ਦੋਸਤੀ, ਕਿ ਮਸਾਂ ਇਹਨੇ ਅਧਿਆਤਮਕ ਜੀਵਨ ਦ੍ਰਿੜ ਕੀਤਾ ਸੀ ਕਿ ਜਾਣਕਾਰੀ ਤਾਂ ਸਾਰਿਆਂ ਕੋਲ ਹੈ ਕਿ ਜਿਉਣਾ ਝੂਠ ਹੈ, ਪਰ ਮਸਾਂ ਇਹਦਾ ਅਨੁਭਵ ਇਹਨੇ ਕਮਾਉਣਾ ਸ਼ੁਰੂ ਕੀਤਾ ਸੀ। ਫਿਰ ਉਹਨਾਂ ਦੇ ਸੰਬੰਧ ਵਿੱਚ ਆ ਕੇ ਬੈਠ ਗਿਆ, ਅਤੇ ਇਹਨਾਂ ਦੇ ਸੰਗ ਲੱਗਦਿਆਂ ਹੀ ਝੂਠ ਮਾਰਿਆ ਹੈ ਕਿ ਘਰ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਫਿਰ ਸੁਭਾਵਿਕ ਕਿਹਾ ਕਿ ਸ਼ਾਇਦ ਵਾਕਿਆ ਹੀ ਉਹਦੀ ਪਤਨੀ ਸੱਚ ਕਹਿੰਦੀ ਹੋਵੇ, ਘਰ ਨਾ ਹੋਵੇ, ਪਿੱਛੇ ਕਮਰੇ ਵਿੱਚ ਲੁਕਿਆ ਹੋਇਆ ਸੀ, ਸੱਪ ਲੜਨ ਕਰਕੇ ਮੌਤ ਹੋ ਗਈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਰਨ ਨਾ ਜਾਪੈ ਮੂਲਿਆ, ਕਿ ਮਰਨ ਦਾ ਗਿਆਨ ਦ੍ਰਿੜ ਕਰਨਾ ਬੜਾ ਸੌਖਾ ਹੈ। ਸਾਰੀ ਦੁਨੀਆ ਜਿਹਨੂੰ ਮਰਜ਼ੀ ਪੁੱਛ ਲਓ, ਹਰ ਬੰਦਾ ਦਿਨ ਦੇ ਵਿੱਚ 2-3 ਵਾਰੀ ਕਹਿ ਦਿੰਦਾ ਹੈ ਕਿ ਮੌਤ ਦੇ ਸੰਬੰਧ ਵਿੱਚ ਕਿ ਪਤਾ ਨਹੀਂ ਜੀ ਕਦੋਂ ਜੀਵਨ ਖਤਮ ਹੋ ਜਾਏ, ਜਾਂ ਅਸੀਂ ਸਾਰਿਆਂ ਨੇ ਇਸ ਜਗਤ ਤੋਂ ਜਾਣਾ ਹੈ। ਹਰੇਕ ਬੰਦਾ ਇਹ ਗੱਲ ਇੱਕ ਦਿਨ ਦੇ ਵਿੱਚ 2-3 ਵਾਰੀ ਕਹਿੰਦਾ ਹੈ, ਪਰ ਬੰਦੇ ਦੀ ਜੀਵਨ ਦੀ ਤਰਜ਼ ਦੇਖੋ, ਉਹ ਕਿਤੇ ਵੀ ਬਿਆਨ ਨਹੀਂ ਕਰਦੀ ਕਿ ਉਹ ਇਸ ਜਗਤ ਨੂੰ ਸਰਾਂ ਵਾਂਗ ਮੰਨ ਰਿਹਾ ਹੈ। ਉਹ ਕਿਤੇ ਵੀ ਉਹਦੇ ਜੀਵਨ ਦੀ ਤਰਜ਼ ਨਹੀਂ ਬਿਆਨ ਕਰ ਰਹੀ। ਕੱਲ੍ਹ ਤੱਕ 1 ਲੱਖ ਦੀ ਸੰਪત્ਤੀ ਦਾ ਵਿਸਥਾਰ ਸੀ, ਅਤੇ ਵਾਕ ਕਹਿ ਰਿਹਾ ਕਿ ਇਸ ਜਗਤ ਤੋਂ ਕੂਚ ਕਰ ਜਾਣਾ। ਅੱਜ 10 ਲੱਖ ਦੀ ਸੰਪત્ਤੀ ਦਾ ਵਿਸਥਾਰ ਹੈ, ਕੱਲ੍ਹ ਤੱਕ ਕਰੋੜ ਦੀ ਸੰਪત્ਤੀ ਦਾ ਵਿਸਥਾਰ ਹੋਏਗਾ। ਜੇ ਵਾਕਿਆ ਹੀ ਉਸ ਚੀਜ਼ ਦਾ ਸਾਡੇ ਜੀਵਨ ਦੇ ਵਿੱਚ ਅਨੁਭਵ ਹੋਵੇ, ਤਾਂ ਅਸੀਂ ਸ਼ਬਦ ਦੇ ਇਸ ਭਾਵ ਨਾਲ ਜੁੜ ਕੇ ਜੀਵੀਏ ਕਿ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ। ਵਿਥਾਰ ਤਾਂ ਉਹੀ ਕਰਦਾ ਨਾ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਬੰਦੇ ਨੂੰ ਪਤਾ ਹੈ ਕਿ ਕੋਈ ਸਿਲਸਿਲਾ ਅਜੇ ਸ਼ੁਰੂ ਨਹੀਂ ਹੋਣਾ, ਜਾਂ ਉਹਨੂੰ ਸ਼ੁਰੂ ਹੋਣ ਦੇ ਵਿੱਚ ਬੜੀ ਦੇਰ ਹੈ, ਕਈ ਮਹੀਨੇ ਲੱਗ ਜਾਣੇ ਨੇ, ਅਤੇ ਫਿਰ ਬੰਦਾ ਕੋਈ ਨਾ ਕੋਈ ਹੋਰ ਕੰਮ ਕਰਨ ਲੱਗ ਪੈਂਦਾ ਹੈ। ਪਰ ਜੇ ਪਤਾ ਹੋਵੇ ਕਿ ਜੀਵਨ ਦੀ ਗਤੀ ਹਰੇਕ ਸਵਾਸ ਕਰਕੇ ਖਤਮ ਹੋ ਰਹੀ ਹੈ, ਅਤੇ ਫਿਰ ਬੰਦਾ ਆਪਣੇ ਵਿਸਥਾਰ ਨੂੰ ਘਟਾਉਣਾ ਸ਼ੁਰੂ ਕਰੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਮਰਨ ਨਾ ਜਾਪੈ ਮੂਲਿਆ, ਕਿ ਸਾਡੇ ਨਾਲ ਰਹਿੰਦਾ ਸੀ ਮੂਲਿਆ, ਸਤ ਸੰਗਤ ਕਰਕੇ ਤੇਰੀ ਤਨ ਦੀ ਹੰਗਤਾ ਖਤਮ ਹੋ ਰਹੀ ਸੀ, ਵਿਕਾਰਾਂ ਦਾ ਸੁਭਾਅ ਕੀਰਤਨ ਦੇ ਰਸ ਕਰਕੇ ਘਟ ਰਿਹਾ ਸੀ,
ਬਾਹਰ ਮੁਖੀ ਜਗਤ ਦਾ ਆਕਰਸ਼ਣ ਆਪਣੇ ਅੰਦਰਲੇ ਸਰੂਪ ਦੀ ਸੋਝੀ ਕਰਕੇ ਘਟ ਰਿਹਾ ਸੀ, ਪਰ ਫਿਰ ਇਹਨਾਂ ਕਿਰਾੜ ਮਨੁੱਖਾਂ ਦੇ ਵਿੱਚ ਆ ਬੈਠਾ ਤੇ ਇਹਨਾਂ ਨੇ ਫਿਰ ਤੇਰੇ ਜੀਵਨ ਦੀ ਉਹੀ ਵਾਸਨਾ ਪਾ ਦਿੱਤੀ। ਆਰੰਭ 'ਚ ਜ਼ਿਕਰ ਕੀਤਾ ਸੀ ਕਿਰਾੜ ਬੰਦੇ ਕਦੇ ਭਗਤੀ ਕਰਮ ਦਾ ਜ਼ਿਕਰ ਨਹੀਂ ਕਰਨਗੇ। ਉਹਨਾਂ ਦੇ ਲਈ ਕੀਰਤਨ ਸੁਣਨਾ, ਕਥਾ ਸੁਣਨੀ, ਗੁਰੂਦੁਆਰ ਬੈਠ ਕੇ ਸਿਮਰਨ ਅਭਿਆਸ 'ਚ ਜਾਣਾ ਜਾਂ ਗੁਰੂ ਸ਼ਬਦ ਦੀ ਗਹਿਰੀ ਵਿਚਾਰ ਕਰਨੀ, ਇਹਨਾਂ ਗੱਲਾਂ ਦਾ ਕੋਈ ਅਰਥ ਨਹੀਂ ਉਹਨਾਂ ਦੇ ਲਈ। ਇਸ ਕਰਕੇ ਇੱਕ ਨੁਕਤਾ ਇਹ ਵੀ ਕਹਿ ਦਿਆਂ ਕਿ ਸਾਡਾ ਬਹੁਤਾ ਸਮਾਜ ਲਗਭਗ 95% ਕਿਰਾੜਾਂ ਦੇ ਨਾਲ ਭਰਿਆ ਹੋਇਆ। 95%। ਹੁਣ ਉਦਾਹਰਨ ਦੇ ਤੌਰ 'ਤੇ ਕਈ ਸਾਨੂੰ ਨਿੱਜ ਦੇ ਵਿੱਚ ਆਖਦੇ ਨੇ ਜੇ ਤੁਸੀਂ ਸਾਡੇ ਨੇੜੇ ਨਹੀਂ ਬੈਠਦੇ, ਮਿਲਦੇ ਬਹੁਤ ਘੱਟ ਹੋ, ਤੁਹਾਡੀ ਥੋੜ੍ਹੀ ਜਿਹੀ ਕਹਿ ਲਓ ਕਿ ਰਵੱਈਆ ਇੰਝ ਦਾ ਅੱਖੜ ਜਿਹਾ। ਤਾਂ ਹੁਣ ਸਾਡਾ ਆਪਣਾ ਇੱਕ ਨਿੱਜ ਮਸਲਾ ਹੈ ਕਿ ਤੁਹਾਡੇ ਕੋਲ ਬੈਠ ਕੇ ਸਾਡੀ ਸੁਰਤ ਨਿਵਾਣ ਵੱਲ ਜਾਣੀ ਹੈ। ਸਬਰ, ਸੰਤੋਖ, ਸ਼ੁਕਰਾਨਾ, ਦਇਆ, ਖਿਮਾ, ਸੰਜਮ, ਇਹ ਗੁਣ ਮਸਾਂ ਰੁਪਈਏ ਧੇਲੀ ਦੇ ਜੀਵਨ ਵਿੱਚ ਆਉਣੇ ਸ਼ੁਰੂ ਹੋਏ ਨੇ। ਤੁਹਾਡੀ ਸੰਗਤ ਬੈਠ ਕੇ ਤ੍ਰਿਸ਼ਨਾ ਦੀ ਅਗਨ ਫਿਰ ਸ਼ੁਰੂ ਕਰ ਦੇਣੀ ਹੈ। ਜੀਵਨ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਪਦਾਰਥ ਕਿਸਮ ਦੀ ਹੋੜ ਕਿਉਂ ਲੱਗੀ ਪਈ ਹੈ ਕਿ ਸਾਨੂੰ ਕਰਾੜ ਕਿਸਮ ਦੇ ਬੰਦੇ ਹਮੇਸ਼ਾ ਤੁਲਨਾ ਵਿੱਚ ਪਾ ਦਿੰਦੇ ਨੇ। ਅਸੀਂ ਇਕੱਲੇ ਬੈਠੇ ਹਾਂ ਆਪਣੇ ਘਰ ਦੇ ਵਿੱਚ, ਆਪਣੇ ਕਮਰੇ ਦੇ ਵਿੱਚ, ਸਾਨੂੰ ਲੱਗਦਾ ਸਾਡਾ ਜੀਵਨ ਸੰਪੰਨ ਹੈ। ਕੋਈ ਬਹੁਤੇ ਕਿਸਮ ਦੇ ਛਲ ਕਪਟ ਕਰਨ ਦੀ ਲੋੜ ਨਹੀਂ, ਜੀਵਨ ਦਾ ਨਿਰਵਾਹ ਵਧੀਆ ਚੱਲ ਰਿਹਾ ਹੈ। ਕਰਾੜ ਬੰਦੇ ਦੇ ਨਾਲ ਬੈਠ ਜਾਓ, ਉਹ ਤੁਹਾਡੇ ਘਰ ਤੋਂ ਲੈ ਕੇ, ਤੁਹਾਡੇ ਬਸਤਰ ਤੋਂ ਲੈ ਕੇ, ਤੁਹਾਡੇ ਮੋਬਾਈਲ ਫੋਨ ਤੱਕ ਸਭ ਕੁਝ ਨੂੰ ਜ਼ਮਾਨੇ ਦੀ ਤੇਜ਼ੀ ਦੇ ਨਾਲ ਜਿਹੜਾ ਤੁਲਨਾ ਕਰਕੇ ਕਹੇਗਾ ਕਿ ਤੁਸੀਂ ਤਾਂ 20 ਸਾਲ ਪਿੱਛੇ ਜਿਉਂ ਰਹੇ ਹੋ। ਤੁਹਾਡੇ ਜੀਵਨ ਦਾ ਕੀ ਅਰਥ ਹੈ? ਬਸ ਉਦੋਂ ਹੀ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ ਅਗਨ ਲੱਗ ਪੈਂਦੀ ਅਤੇ ਉਹ ਸਮਝਦਾ ਹੈ ਕਿ ਮੈਂ ਇਹਨੂੰ ਪੂਰਾ ਕਰ ਲਵਾਂ। ਜਦੋਂ ਪੂਰਾ ਕਰਦਾ ਉਦੋਂ ਜ਼ਿੰਦਗੀ ਦਾ ਮੁੱਲਕ ਅਵਸਰ ਲੰਘ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੂੜੈ ਕੂੜੀ ਪਾਏ। ਫਿਰ ਕਰਾੜ ਬੰਦੇ ਤੁਹਾਨੂੰ ਉਸ ਮਜਲਿਸ ਵੱਲ ਜ਼ਰੂਰ ਖੜਨਗੇ। ਇਹ ਉਹਨਾਂ ਦਾ ਬੜਾ ਕੀਮਤੀ ਲੱਛਣ ਹੁੰਦਾ ਹੈ। ਕਿਰਾੜ ਬੰਦਿਆਂ ਦਾ ਇਹ ਬੜਾ ਉਹਨਾਂ ਦਾ ਇੱਕ ਵੱਖਰਾ ਜਿਹਾ ਲੱਛਣ ਹੁੰਦਾ ਹੈ ਕਿ ਉਹ ਆਪਣੀ ਸੰਗਤ ਵੱਲ ਤੁਹਾਨੂੰ ਜ਼ਰੂਰ ਖੜਨਗੇ ਜਿਹੜੀ ਨਿਮਨ ਕਿਸਮ ਦੀ ਹੈ। ਨੀਵੇਂ ਕਿਸਮ ਦੀ ਸੰਗਤ ਵੱਲ ਜ਼ਰੂਰ ਖੜਨਗੇ। ਤੁਸੀਂ ਆਪਣੇ ਨੇਮ ਦਾ ਹਵਾਲਾ ਦਿਓਗੇ ਨਾ ਕਿ ਮੇਰਾ ਸਵੇਰੇ ਸ਼ਾਮ ਗੁਰੂ ਘਰ ਜਾਣ ਦਾ ਨੇਮ ਹੈ ਅਤੇ ਸਮਾਂ ਹੋ ਰਿਹਾ ਮੈਂ ਜਾਣਾ, ਤਾਂ ਉਹ ਕਹਿਣਗੇ ਇੱਕ ਦਿਨ ਦੇ ਨਾਲ ਕੀ ਫਰਕ ਪੈ ਚੱਲਿਆ, ਮੇਰੇ ਸੰਗ ਬੈਠ। ਫਿਰ ਤੁਹਾਨੂੰ ਵਕਾਰਾਂ ਦੇ ਅੱਡਿਆਂ ਵੱਲ ਲਿਜਾਣ ਦੇ ਲਈ ਉਹਨਾਂ ਦਾ ਪੂਰਾ ਟਿੱਲ ਰਹੇਗਾ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਮਰਨ ਨਾ ਜਾਪੈ ਮੂਲਿਆ। ਇਹੋ ਜਿਹੇ ਮਨੁੱਖਾਂ ਦਾ ਸੰਗ ਕਰਕੇ ਪਹਿਲਾਂ ਤਾਂ ਜੀਵਨ ਅਗਿਆਨ ਦੇ ਨਾਲ, ਅਵਿਦਿਆ ਦੇ ਨਾਲ, ਝੂਠ ਦੇ ਨਾਲ ਭਰ ਜਾਂਦਾ ਹੈ। ਦੂਜਾ, ਇਹਨਾਂ ਦੇ ਸੰਗ ਬੈਠ ਕੇ ਮੌਤ ਦਾ ਚਿੰਤਨ ਬੰਦੇ ਨੂੰ ਵਿਸਰ ਜਾਂਦਾ ਹੈ। ਅਤੇ ਜਦੋਂ ਬੰਦੇ ਨੂੰ ਮੌਤ ਦਾ ਚਿੰਤਨ ਵਿਸਰ ਜਾਵੇ ਫਿਰ ਇਹਨੂੰ ਆਪਣੇ ਮਨੁੱਖਾ ਜੀਵਨ ਦੀ ਕੀ ਪਛਾਣ ਰਹੇਗੀ। ਹੁਣ ਇੱਕ ਵਿਦਿਆਰਥੀ ਇਮਤਿਹਾਨ 'ਚ ਬੈਠਾ, ਪਤਾ ਹੈ 2-3 ਘੰਟੇ ਦਾ ਸਮਾਂ ਹੈ। ਜਿਉਂ ਸਮਾਂ ਬੀਤਦਾ ਜਾਏਗਾ ਉਹਦੀ ਕਲਮ ਤੇਜ਼ ਚੱਲਦੀ ਜਾਏਗੀ, ਕਿਉਂਕਿ ਉਹਨੂੰ ਪਤਾ ਸਮਾਂ ਖਤਮ ਹੋ ਰਿਹਾ ਹੈ। ਪਰ ਜਿਹੜੇ ਮਨੁੱਖ ਨੂੰ ਆਪਣੀ ਮੌਤ ਦਾ ਚਿੰਤਨ ਹੀ ਵਿਸਰਿਆ ਹੋਇਆ ਹੈ, ਉਹ ਬੁਢਾਪੇ ਦੇ ਵਿੱਚ ਜਾ ਕੇ ਵੀ ਵਾਸਨਾ ਪੂਰਤੀ ਦੀਆਂ ਗੱਲਾਂ ਕਰੇਗਾ, ਕਿਉਂਕਿ ਮੌਤ ਦਾ ਚਿੰਤਨ ਵਿਸਰਿਆ ਹੋਇਆ ਹੈ। ਜੇ ਮੌਤ ਦਾ ਚਿੰਤਨ ਪੱਲੇ ਹੋਏਗਾ ਤੇ ਆਪਣੇ ਇੱਕ ਲਗਭਗ ਥੋੜ੍ਹੇ ਬਹੁਤੇ ਸਵਾਸਾਂ ਦਾ ਤਾਂ ਸਫਲ ਪ੍ਰਯੋਗ ਕਰ ਲਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਰਨ ਨਾ ਜਾਪੈ ਮੂਲਿਆ। ਫਿਰ ਮੌਤ ਦਾ ਚਿੰਤਨ ਉਹਨਾਂ ਦੇ ਨੇੜੇ ਨਹੀਂ ਆਉਂਦਾ। ਇਸ ਕਰਕੇ ਆਵੈ ਕਿਤੈ ਥਾਏ। ਉਹਨਾਂ ਦਾ ਆਇਆ ਇਸ ਜਗਤ ਵਿੱਚ ਕੀ ਅਰਥ ਰੱਖਦਾ ਹੈ, ਔਰ ਇਹ ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਤਰਾਸਦੀ ਹੈ। ਕਿਰਾੜ ਜੀਵਨ ਦੀ ਜੇ ਬਹੁਤ ਗਹਿਰੀ ਵਿਚਾਰ ਕਰੀਏ ਤਾਂ ਕਿਰਾੜਤਾ ਦਾ ਭਾਵ ਇਹ ਇੱਕ ਮਨੁੱਖ ਦੀ ਮਨੋਵਿਗਿਆਨਕਤਾ ਹੈ। ਮਨੋਵਿਗਿਆਨਕਤਾ ਦਾ ਭਾਵ ਇਹ ਹੈ ਕਿ ਕਿਰਾੜ ਬੰਦੇ ਕਦੇ ਬੰਦੇ ਦੀ ਅਧਿਆਤਮਿਕ ਉਚਾਈ ਦੇ ਨਾਲ ਸਹਿਮਤ ਨਹੀਂ ਹੁੰਦੇ। ਸੰਸਾਰ ਦੇ ਵਿੱਚ ਆਪ ਜੀ ਕਦੇ ਆਪਣੀ ਪ੍ਰਤਿਭਾ ਨੂੰ ਇਸ ਢੰਗ ਦੇ ਨਾਲ ਲੈ ਜਾਓ ਨਾ ਸਮਾਜ ਦੇ ਵਿੱਚ ਕਿ ਮੈਨੂੰ ਬਾਣੀ ਸ਼ੁੱਧ ਪੜ੍ਹਨੀ ਆਉਂਦੀ ਹੈ, ਬਾਣੀ ਦੀ ਬੜੀ ਗਹਿਰੀ ਵਿਚਾਰ ਕਰਨੀ ਆਉਂਦੀ ਹੈ, ਸਿਮਰਨ ਅਭਿਆਸ ਦੇ ਵਿੱਚ ਮੈਂ ਸਮਾਂ ਬੜਾ ਬਤੀਤ ਕਰਦਾ, ਧਰਮ ਦੇ ਸ਼ੁਭ ਗੁਣਾਂ ਦੇ ਨਾਲ ਸਭ ਕਿਸਮ ਦਾ ਵਿਵਹਾਰ ਕਰਦਾ ਹਾਂ, ਇਹਦੀ ਸਮਾਜ ਵਿੱਚ ਕੀਮਤ ਲੈ ਜਾਓ, ਕੋਈ ਇਹਦੀ ਕੀਮਤ ਤਸੱਵਰ ਨਹੀਂ ਕਰੇਗਾ। ਕਹਿਣਗੇ ਠੀਕ ਹੈ, ਆਉਂਦਾ ਹੋਏਗਾ ਤੈਨੂੰ। ਪਰ ਜੇ ਆਪਣੀ ਪ੍ਰਤਿਭਾ ਨੂੰ ਇੰਝ ਲੈ ਜਾਓ ਕਿ ਮੇਰੇ ਕੋਲ 1 ਲੱਖ ਦੀ ਸੰਪੱਤੀ ਹੈ, ਤੁਹਾਨੂੰ ਬਾਅਦ ਬਿਠਾਉਣਗੇ, ਕਿਉਂਕਿ ਦੁਨੀਆ ਬੰਦੇ ਨੂੰ ਪਦਾਰਥ ਦੇ ਨੁਕਤੇ ਤੋਂ ਵਾਚਦੀ ਹੈ। ਇਹ ਕਿਰਾੜ ਬੰਦਿਆਂ ਦੀ ਨਿਸ਼ਾਨੀ ਹੁੰਦੀ।
ਜਿਹੜਾ ਬੰਦਾ ਤੁਹਾਨੂੰ ਤੁਹਾਡੀ ਪਦਾਰਥਕ ਸਮਰੱਥਾ ਤੋਂ ਜਾਂ ਵਕਾਰੀ ਕਿਸਮ ਦੀ ਭਟਕਣ ਤੋਂ ਜਾਂ ਬਾਹਰਮੁਖੀ ਜਗਤ ਦੇ ਪ੍ਰਭਾਵ ਤੋਂ ਆਂਕਰਨ ਲੱਗਦਾ ਹੈ, ਸਮਝ ਲੈਣਾ ਕਿ ਇਹ ਕਰਾੜ ਕਿਸਮ ਦਾ ਬੰਦਾ ਹੈ। ਇਹਨੂੰ ਤੁਹਾਡੀ ਅਧਿਆਤਮਿਕ ਉਚਾਈ ਦੇ ਨਾਲ, ਤੁਹਾਡੇ ਸਿਮਰਨ ਅਭਿਆਸ ਦੀ ਕਮਾਈ ਦੇ ਨਾਲ ਕੋਈ ਮਤਲਬ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਰਨ ਨਾ ਜਾਪੈ ਮੂਲਿਆ। ਜਿਵੇਂ ਮੂਲੇ ਦੀ ਪਤਨੀ ਨੇ ਕਹਿ ਦਿੱਤਾ ਕਿ ਜੀ ਇਹ ਤਾਂ ਫਕੀਰ ਲੋਕ ਨੇ, ਫਰੀ ਰਹਿੰਦੇ ਨੇ, ਤੁਸੀਂ ਤਾਂ ਕਾਰੋਬਾਰੀ ਹੋ। ਹੁਣ ਉਹਦਾ ਕੀਤਾ ਹੋਇਆ ਕਾਰੋਬਾਰ ਦਾ ਵਿਥਾਰ ਉੱਥੇ ਦਾ ਉੱਥੇ ਹੀ ਰਹਿ ਗਿਆ ਬਾਅਦ ਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮੂਲਿਆ ਆਵੈ ਕਿਤੈ ਥਾਏ। ਇਹ ਹੋ ਗਿਆ ਇਤਿਹਾਸਕ ਅਰਥ ਮੂਲਿਆ ਦਾ। ਮਰਨ ਨਾ ਜਾਪੈ ਮੂਲਿਆ ਦਾ ਭਾਵ ਹੈ ਕਿ ਆਪਣੇ ਮੂਲ ਨੂੰ ਜਾਣਿਆ ਹੀ ਨਹੀਂ। ਮੂਲ ਦਾ ਭਾਵ ਕੀ ਹੈ ਕਿ ਮੌਤ ਤਾਂ ਸਰੀਰ ਦੀ ਹੋਏਗੀ, ਪਰ ਜਿਹੜਾ ਪਰਮ ਤੱਤ ਹੈ, ਆਤਮ ਜੋਤ ਹੈ, ਉਹ ਤਾਂ ਮੌਤ ਤੋਂ ਰਹਿਤ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹਦੇ ਬਾਰੇ ਜੀਵ ਨੇ ਜਾਣਿਆ ਹੀ ਨਹੀਂ, ਤੇ ਇੰਜ ਹੀ ਸਰੀਰਕ ਮੌਤ ਦੇ ਵਸ ਹੋ ਕੇ ਆਪਣੇ ਜੀਵਨ ਦੇ ਅਸਲ ਭੇਦ ਨੂੰ ਜਾਣੇ ਬਿਨਾਂ ਹੀ ਜੀਵਨ ਖਤਮ ਹੋ ਗਿਆ। ਇਸ ਕਰਕੇ ਆਵੈ ਕਿਤੈ ਥਾਏ। ਇਹਦੇ ਆਉਣ ਦਾ ਕੀ ਅਰਥ ਹੈ? ਗਿਆਨਹੀਣੰ ਅਗਿਆਨ ਪੂਜਾ। ਹੁਣ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹਨ, ਜਿਹੜੇ ਮਨੁੱਖ ਗਿਆਨ ਤੋਂ ਹੀਣੇ ਹਨ, ਉਹਨਾਂ ਦੇ ਅੰਦਰ ਅਗਿਆਨ ਭਾਰੂ ਹੈ ਤੇ ਉਹ ਪੂਜਾ ਵੀ ਅਗਿਆਨ ਵਿੱਚ ਕਰਦੇ ਹਨ। ਹੁਣ ਇਸ ਸ਼ਲੋਕ ਨੂੰ ਵਿਚਾਰਨ ਦਾ ਯਤਨ ਕਰੀਏ। ਗਿਆਨਹੀਣੰ ਦਾ ਭਾਵ ਕੀ ਹੈ? ਗਿਆਨਹੀਣੰ ਦਾ ਪਹਿਲਾ ਭਾਵ ਇਹ ਹੈ ਕਿ ਇਸ ਸਾਰੇ ਜਗਤ ਦਾ ਕਰਤਾ ਇੱਕ ਹੈ ਤੇ ਉਸ ਕਰਤੇ ਦਾ ਕੋਈ ਖਾਸ ਰੂਪ, ਰੰਗ, ਆਕਾਰ ਨਹੀਂ ਹੈ। ਇਹ ਗਿਆਨ ਦੀ ਪਹਿਲੀ ਬਾਤ ਕਿ ਉਹ ਸਰਗੁਣ ਨਿਰਗੁਣ ਦੋਹਾਂ ਰੂਪਾਂ ਦੇ ਵਿੱਚ ਹੈ, ਪਰ ਕੋਈ ਵੀ ਰੂਪ ਉਹਦਾ ਅੰਤਮ ਨਹੀਂ, ਕੋਈ ਵੀ ਆਕਾਰ ਉਹਦਾ ਅੰਤਮ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਉਸ ਤੋਂ ਬਾਅਦ ਸਾਡੇ ਜੀਵਨ ਦਾ ਸਰੀਵੀ ਤੱਤ ਹੈ, ਸਾਡੀ ਆਤਮਾ, ਇਸ ਗੱਲ ਦਾ ਗਿਆਨ ਨਹੀਂ ਹੈ। ਅਗਿਆਨ ਪੂਜਾ ਤੇ ਅਗਿਆਨ ਵਸ ਹੋ ਕੇ ਮਾਲਕ ਦੇ ਉਹਨਾਂ ਰੂਪਾਂ ਦੀ, ਮਾਲਕ ਨੂੰ ਉਹਨਾਂ ਰੂਪਾਂ ਦੇ ਵਿੱਚ ਪੂਜ ਰਹੇ ਹਨ ਜਿਹੜੇ ਰੂਪ ਕਿਸੇ ਇੱਕ ਅੱਧੇ ਗੁਣ ਦੀ ਤਰਜਮਾਨੀ ਕਰਦੇ ਹਨ। ਇਸ ਕਰਕੇ ਸਾਨੂੰ ਕਿਸੇ ਖਾਸ ਕਿਸਮ ਦੀ ਸਰਗੁਣੀ ਪੂਜਾ ਦੇ ਨਾਲ ਗੁਰੂ ਸਾਹਿਬਾਨਾਂ ਨੇ ਨਹੀਂ ਜੋੜਿਆ ਕਿ ਮਨੁੱਖ ਦੀ, ਸਿੱਖ ਦੀ ਸੁਰਤ ਦੇ ਵਿੱਚ ਜਿਹੜਾ ਸਾਰੇ ਬ੍ਰਹਿਮੰਡ 'ਚ ਰਮਿਆ ਹੋਇਆ ਪਰਮੇਸ਼ਰ ਹੈ, ਉਹਦਾ ਧਿਆਨ ਰਹੇ ਤੇ ਉਹਦੀ ਪੂਜਾ ਰਹੇ। ਤਾਂ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਕਿ ਜੇ ਹੁਣ ਉਦਾਹਰਨ ਦੇ ਤੌਰ ਤੇ ਜੇ ਪੂਰਾ ਬ੍ਰਹਿਮੰਡ ਬੰਦੇ ਦੀ ਸੁਰਤ ਅੰਦਰ ਨਹੀਂ ਉਤਰਦਾ, ਕਿਉਂਕਿ ਹੁਣ ਜਿਸ ਮਾਲਕ ਦੀ ਆਰਤੀ ਕਰਨੀ ਉਹ ਸਾਰੇ ਬ੍ਰਹਿਮੰਡ ਦਾ ਸਾਜਣ ਵਾਲਾ ਹੈ, ਤੇ ਜੇ ਅਸੀਂ ਉਹਦੀ ਆਰਤੀ ਦਾ ਇੱਕ ਛੋਟਾ ਜਿਹਾ ਰੂਪ ਬਣਾ ਲਈਏ, ਉਹ ਸਾਡੀ ਸ਼ਰਧਾ ਦਾ ਪ੍ਰਗਟਾਵਾ ਤਾਂ ਹੋ ਸਕਦਾ ਹੈ, ਪਰ ਪੂਜਾ ਦਾ ਸ਼ੁੱਧ ਜਾਂ ਉੱਚਾ ਵਿਧਾਨ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਜਿਹੜੀ ਆਰਤੀ ਉਹ ਤਾਂ ਸੁੱਤੇ ਸਿੱਧ ਚੱਲ ਰਹੀ ਹੈ। ਇਸ ਕਰਕੇ ਗਿਆਨਹੀਣੰ ਦਾ ਪਹਿਲਾ ਭਾਵ ਕਿ ਬੰਦਾ ਘੱਟ ਵਿਆਪਕ ਇੱਕੋ ਮਾਲਕ ਨੂੰ ਨਹੀਂ ਪਹਿਚਾਣਦਾ ਤੇ ਉਹਨੂੰ ਕਿਸੇ ਖਾਸ ਮੁਕਰਰ ਥਾਂ ਤੇ ਮੰਨ ਕੇ ਆਪਣੀ ਹੀ ਅਕਲ ਦੇ ਵਿੱਚੋਂ ਕੋਈ ਉਹਦਾ ਇੱਕ ਰੂਪ ਨਿਸ਼ਚਿਤ ਕਰਕੇ ਤੇ ਉਸੇ ਰੂਪ ਨੂੰ ਹੀ ਸਰਮੌਰ ਮੰਨ ਕੇ ਉਹਦੀ ਪੂਜਾ ਕਰਨ ਲੱਗ ਪੈਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਅਗਿਆਨ ਪੂਜਾ। ਉਸ ਤੋਂ ਦੂਜਾ ਭਾਵ ਹੈ ਗਿਆਨਹੀਣੰ। ਜਿਹੜਾ ਮਨੁੱਖ ਦੇ ਜੀਵਨ ਦੀ ਰਚਨਾ ਕਰਨ ਵਾਲਾ ਕਰਤਾ ਸਿਰਜਣਹਾਰ ਹੈ, ਉਸ ਕਰਤੇ ਨੂੰ ਨਹੀਂ ਪਛਾਣਦਾ, ਤੇ ਜਿਹੜੇ ਬਾਹਰੀ ਤੌਰ ਤੇ ਸਿਰਜਣਹਾਰ ਇਹਨੂੰ ਲੱਗਦੇ ਨੇ, ਚਾਹੇ ਮਾਤਾ ਪਿਤਾ ਚਾਹੇ ਕੁਝ ਹੋਰ, ਉਹਨਾਂ ਦਾ ਬੜਾ ਧੰਨਵਾਦੀ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਗਿਆਨ ਪੂਜਾ। ਤੀਜਾ ਭਾਵ ਹੈ ਗਿਆਨਹੀਣੰ ਦਾ ਕਿ ਹਿਰਦੇ ਨੂੰ ਠਹਿਰਾਓ ਧਰਮ ਦੇ ਗੁਣਾਂ ਨਾਲ ਆਏਗਾ। ਜੀਵਨ ਦੇ ਵਿੱਚ ਠਹਿਰਾਓ ਇੰਜ ਨਹੀਂ ਆਏਗਾ ਕਿ ਜਿੰਨੀ ਤ੍ਰਿਸ਼ਨਾ ਜਾਂ ਵਾਸਨਾ ਬਣਦੀ ਉਹਨੂੰ ਪੂਰੀ ਕਰੀ ਜਾਵਾਂ। ਹੁਣ ਉਦਾਹਰਨ ਦੇ ਤੌਰ ਤੇ ਕਿ ਮਨੁੱਖ ਦੇ ਅੰਦਰ 1000 ਦੀ ਤ੍ਰਿਸ਼ਨਾ ਪੈਦਾ ਹੋਈ, ਉਹਨੂੰ ਪੂਰੀ ਕੀਤਾ ਉਹ 1 ਲੱਖ ਤੇ ਚਲੀ ਗਈ। 1 ਲੱਖ ਵਾਲੀ ਨੂੰ ਪੂਰਾ ਕੀਤਾ ਉਹ 1 ਕਰੋੜ ਤੇ ਚਲੀ ਗਈ। ਇਹ ਕਦੇ ਵੀ ਪੂਰੀ ਹੋਣ ਵਾਲੀ ਨਹੀਂ ਹੈ। ਇਹਨੂੰ ਪੂਰੇ ਕਰਨ ਦਾ, ਇਸ ਕਰਕੇ ਬਾਣੀ ਵਿੱਚ ਵਾਕ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਕਿ ਜਿਹੜੀ ਤ੍ਰਿਸ਼ਨਾ ਦਾ ਪੱਧਰ ਹੈ, ਗਿਆਨਹੀਣੰ ਬੰਦਾ ਸਮਝਦਾ ਹੈ ਕਿ ਜੇ ਮੈਂ ਆਪਣੀ ਤ੍ਰਿਸ਼ਨਾ ਨੂੰ ਪਦਾਰਥਾਂ ਦੇ ਨਾਲ,
ਆਪਣੀ ਵਾਸਨਾ ਨੂੰ ਵਿਕਾਰਾਂ ਦੇ ਨਸ਼ਾ ਨਾਲ ਭਰਦਾ ਜਾਵਾਂ ਤਾਂ ਕਦੇ ਨਾ ਕਦੇ ਤਾਂ ਇਹ ਭਰ ਜਾਣਗੇ। ਪਰ ਗੁਰੂ ਸਾਹਿਬ ਜੀ ਕਹਿੰਦੇ ਅਗਿਆਨ ਪੂਜਾ, ਇਹ ਅੰਧੇ ਕਿਸਮ ਦੇ ਮਨੁੱਖ ਉਹਨਾਂ ਚੀਜ਼ਾਂ ਦੇ ਮਗਰ ਲੱਗ ਜਾਂਦੇ ਹਨ, ਪਰ ਤ੍ਰਿਪਤੀ ਫੇਰ ਵੀ ਨਹੀਂ ਹੁੰਦੀ। ਇਸ ਕਰਕੇ ਅਗਿਆਨ ਪੂਜਾ ਦਾ ਵੀ ਸਰਲ ਭਾਵ ਸਾਨੂੰ ਸਮਝ ਲੈਣਾ ਚਾਹੀਦਾ ਹੈ। ਪੂਜਾ ਦਾ ਭਾਵ ਹੈ ਆਪਣੀਆਂ ਜਿਹੜੀਆਂ ਅਹਿਸਾਸ ਹਨ ਜਿਹੜੇ ਸਾਡੇ ਅੰਦਰ ਦੇ, ਉਹਨਾਂ ਨੂੰ ਇਸ ਢੰਗ ਦੇ ਨਾਲ ਤ੍ਰਿਪਤ ਕਰਨਾ ਕਿ ਉਹਨਾਂ ਦੇ ਵਿੱਚੋਂ ਮਾਲਕ ਦਾ ਪ੍ਰੇਮ ਪੈਦਾ ਹੋ ਸਕੇ। ਜਿਵੇਂ ਸਾਡੀ ਕੋਈ ਮਦਦ ਕਰ ਦੇਵੇ ਨਾ, ਤੇ ਸਾਡੇ ਅਹਿਸਾਸਾਂ ਦੇ ਵਿੱਚ ਇੱਕ ਬਾਤ ਆ ਜਾਂਦੀ ਹੈ ਕਿ ਉਹ ਫਲਾਣਾ ਬੰਦਾ ਸਾਡਾ ਮਦਦਗਾਰ ਹੈ। ਫਿਰ ਉਹਦਾ ਸਤਿਕਾਰ, ਉਹਦਾ ਧੰਨਵਾਦ ਤੇ ਉਹਦੀ ਯਾਦ ਪੱਕੀ ਸਾਡੇ ਅੰਦਰ ਬੈਠ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪੂਜਾ ਦਾ ਭਾਵ ਹੈ ਕਿ ਜਿਸ ਕਰਤੇ ਨੇ ਤੇਰਾ ਸਾਰਾ ਜੀਵਨ ਸਾਜਿਆ ਹੈ, ਪ੍ਰਾਣਾਂ ਦਾ ਅਮੋਲਕ ਧਨ ਜਿਹਨੂੰ ਦੇ ਰਿਹਾ ਹੈ, ਜੇ ਉਸ ਕਰਤੇ ਦੇ ਅਹਿਸਾਸਾਂ, ਤੇਰੇ ਅਹਿਸਾਸ ਉਹਦੇ ਧੰਨਵਾਦ ਨਾਲ ਨਹੀਂ ਭਰਦੇ, ਤੇ ਪੂਜਾ ਦਾ ਭਾਵੇਂ ਜਿਹੜਾ ਮਰਜ਼ੀ ਕਰਮ ਕਰ ਲੈ ਉਹ ਤੇਰਾ ਠੀਕ ਨਹੀਂ ਰਹੇਗਾ। ਹੁਣ ਦੋ ਕਿਸਮ ਦਾ ਧੰਨਵਾਦ ਹੁੰਦਾ ਹੈ। ਇੱਕ ਧੰਨਵਾਦ ਹੈ ਕਿ ਜਦੋਂ ਬੰਦਾ ਬੋਲ ਕੇ ਵਿਅਕਤ ਕਰ ਦੇਵੇ। ਇੱਕ ਉਹ ਹੈ ਕਿ ਜਦੋਂ ਉਹਦੇ ਜੀਵਨ ਦੀ ਤਰਜ ਬਿਆਨੀ ਕਰੇ ਕਿ ਮੈਂ ਵਾਕਿਆ ਹੀ ਧੰਨਵਾਦ ਦੇ ਵਿੱਚ ਹਾਂ। ਤੇ ਉਹ ਤਰਜ ਬਿਆਨੀ ਕੀ ਹੋਏਗੀ ਕਿ ਜਿਸ ਮਾਲਕ ਨੇ ਸਾਰਾ ਸੰਸਾਰ ਮਾਣਨ ਦੇ ਲਈ ਦਿੱਤਾ ਹੈ, ਅੰਮ੍ਰਿਤ ਵੇਲੇ ਉਹਦੀ ਯਾਦ ਵਿੱਚ ਬੈਠਣਾ, ਇਹ ਅਪਰੋਖ ਕਿਸਮ ਦਾ ਧੰਨਵਾਦ ਹੈ ਕਿ ਬਾਰ-ਬਾਰ ਬੋਲ ਕੇ ਨਹੀਂ ਦੱਸਿਆ ਜਾ ਰਿਹਾ ਕਿ ਮਾਲਕ ਦੀ ਬੜੀ ਕਿਰਪਾ ਹੈ, ਉਹਦੀ ਬੰਦਗੀ ਵਿੱਚ ਜੁੜ ਕੇ ਸੱਚ ਰੂਪ ਦੇ ਵਿੱਚ ਬਿਆਨ ਕੀਤਾ ਜਾ ਰਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗਿਆਨਹੀਣੰ, ਕਿ ਜਿਹੜੇ ਸਾਰੀ ਕਾਇਨਾਤ ਵਿੱਚ ਵਿਆਪਕ ਮਾਲਕ ਨੂੰ ਨਹੀਂ ਪਛਾਣ ਸਕਦੇ, ਉਹਦੇ ਸੱਤ ਸਰੂਪ ਤੋਂ ਜਿਹੜੇ ਨਹੀਂ ਜਾਣੂ ਹਨ, ਤੇ ਜਿਨ੍ਹਾਂ ਦੇ ਅੰਦਰ ਗੁਰੂ ਸ਼ਬਦ ਨਾਲ ਜੁੜ ਕੇ ਗਿਆਨ ਵੀ ਨਹੀਂ ਪੈਦਾ ਹੋਇਆ, ਤਾਂ ਗੁਰੂ ਸਾਹਿਬ ਜੀ ਫਿਰ ਉਹ ਗਿਆਨ ਵਿੱਚ ਹਨ ਤੇ ਅਗਿਆਨੀ ਪੂਜਾ ਕਰਦੇ ਹਨ। ਅੰਧ ਵਰਤਾਵਾ ਭਾਉ ਦੂਜਾ, ਗੁਰੂ ਸਾਹਿਬ ਜੀ ਨੇ ਬਾਤ ਸਪਸ਼ਟ ਕਰ ਦਿੱਤੀ। ਹੁਣ ਅੰਧਾ ਬੰਦਾ ਹੋਵੇ, ਅੰਧੇ ਮਨੁੱਖ ਨੂੰ ਕਿਸੇ ਮਾਰਗ 'ਤੇ ਚੱਲਣ ਦੇ ਲਈ ਕਹਿ ਦਈਏ, ਨਹੀਂ ਪਤਾ ਲੱਗੇਗਾ ਉਹਨੂੰ। ਅੰਧੇ ਬੰਦੇ ਨੂੰ ਕੁਝ ਵਰਤਾਉਣ ਦੇ ਲਈ ਕਹਿ ਦਈਏ, ਉਹ ਠੀਕ ਢੰਗ ਦੇ ਨਾਲ ਵਰਤਾ ਨਹੀਂ ਸਕੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਮਨ ਦੇ ਤਲ 'ਤੇ ਅੰਧੇ ਹਨ, ਕਿ ਜਿਨ੍ਹਾਂ ਨੂੰ ਪ੍ਰਤੱਖ ਸਿਰਜਣਹਾਰ ਨਜ਼ਰ ਨਹੀਂ ਆਉਂਦਾ, ਜਿਹੜੇ ਆਪਣੇ ਜੀਵਨ ਦੇ ਵਿੱਚ ਉਹਦੀ ਪਛਾਣ ਨਹੀਂ ਕਰਦੇ, ਜਿਹੜੇ ਦਾਤਾਂ ਦੇ ਵਿੱਚੋਂ ਦਾਤਾਰ ਦਾ ਤਸੱਵਰ ਨਹੀਂ ਗ੍ਰਹਿਣ ਕਰਦੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਰੀ ਜ਼ਿੰਦਗੀ ਅੰਧ ਵਰਤਾਵੇ ਦੇ ਵਿੱਚ ਭਰਮੇ ਰਹਿੰਦੇ ਹਨ, ਕਿਉਂਕਿ ਮਾਲਕ ਨੂੰ ਛੱਡ ਕੇ ਦੂਜੇ ਦੀ ਪੂਜਾ ਵਿੱਚ ਲੱਗੇ ਹੋਏ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਧ ਵਰਤਾਵਾ ਭਾਉ ਦੂਜਾ। ਜਿਹੜਾ ਭਾਉ ਦੂਜਾ ਹੈ, ਇਹਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਦੀ ਸੁਰਤ ਦੇ ਵਿੱਚ ਦਵੈਤ ਪੈਦਾ ਹੋ ਜਾਂਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਸਾਡੇ ਜੀਵਨ ਦੀ ਪ੍ਰਤਪਾਲਣਾ ਹੁੰਦੀ ਹੈ ਸਵਾਸਾਂ ਦੁਆਰਾ, ਮਾਤਾ ਪਿਤਾ ਦੁਆਰਾ, ਭੋਜਨ ਪਾਣੀ ਦੁਆਰਾ, ਅਤੇ ਬੁੱਧੀ ਦੇ ਤਲ 'ਤੇ ਵਿੱਦਿਆ ਦੁਆਰਾ। ਅਸੀਂ ਸਾਰਿਆਂ ਨੂੰ ਵੱਖੋ ਵੱਖ ਮੰਨਦੇ ਹਾਂ ਅਤੇ ਸਮਝਦੇ ਹਾਂ ਇਹਨਾਂ ਨੇ ਸਾਡਾ ਜੀਵਨ ਸਿਰਜਿਆ ਹੈ। ਪਰ ਜੇ ਮੂਲ ਕੇਂਦਰੀ ਪਰਮੇਸ਼ਰੀ ਰੂਪ ਦੀ ਵਿਚਾਰ ਕਰਾਂਗੇ ਕਿ ਹੁਣ ਉਦਾਹਰਨ ਦੇ ਤੌਰ 'ਤੇ ਮੈਂ ਕਿਸੇ ਦਿਨ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਵਾਪਰਿਆ, ਕਿਸੇ ਦੇ ਘਰੇ ਕੋਈ ਬੱਚਾ ਪੈਦਾ ਹੋਇਆ, ਉਹਨੇ ਆਪਣੀ ਪਤਨੀ ਦੇ ਸਮੇਤ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਕਿ ਅਸੀਂ ਦੋਵੇਂ ਆਰਟਿਸਟ, ਅਤੇ ਜਿਹੜਾ ਸਾਡਾ ਬੱਚਾ ਪੈਦਾ ਹੋਇਆ ਸਾਡਾ ਆਰਟ ਹੈ। ਕੁਦਰਤੀ ਮੈਂ ਤਨਜ ਕਰ ਦਿੱਤੀ ਉਹਦੇ 'ਤੇ ਕਿ ਦੁਨੀਆ ਦੇ ਵਿੱਚ ਫਿਰ ਮਾਤਾ ਪਿਤਾ ਪਤੀ ਪਤਨੀ ਵਾਲੇ ਤਾਂ ਲੱਖਾਂ ਆਰਟਿਸਟ ਤੁਰੇ ਫਿਰਦੇ ਨੇ, ਫਿਰ ਸਾਰਿਆਂ ਦੇ ਕੋਲੋਂ ਬੱਚਿਆਂ ਦੀ ਕਲਾ ਕਿਉਂ ਨਹੀਂ ਪੈਦਾ ਹੁੰਦੀ? ਜੇ ਤੁਸੀਂ ਆਰਟਿਸਟ ਹੋ, ਜਿਵੇਂ ਕੋਈ ਚਿੱਤਰਕਾਰ ਹੁੰਦਾ ਉਹਦੇ ਕੋਲੋਂ ਕੈਨਵਸ ਹੁੰਦਾ, ਰੰਗ ਹੁੰਦੇ ਨੇ, ਬੁਰਸ਼ ਹੁੰਦਾ ਹੈ, ਜਿਵੇਂ ਦਾ ਮਰਜ਼ੀ ਚਿੱਤਰ ਬਣਾ ਦੇ। ਜੇ ਅਸੀਂ ਆਪਣੇ ਆਪ ਨੂੰ ਆਰਟਿਸਟ ਮੰਨਦੇ ਹਾਂ ਤਾਂ ਹਰ ਜਿਤਨੇ ਸੰਸਾਰ ਦੇ ਵਿੱਚ ਜੋੜੇ ਨੇ ਸਾਰੇ ਬੱਚੇ ਦੀ ਕਲਾ ਕਿਉਂ ਨਹੀਂ ਪੈਦਾ ਕਰ ਲੈਂਦੇ? ਇਹਦਾ ਭਾਵ ਹੈ ਕਿ ਅਸੀਂ ਕੇਵਲ ਕਲਾ ਨੂੰ ਵਿਅਕਤ ਕਰਨ ਵਾਲੇ ਮੋਹਰੇ ਹਾਂ। ਸਾਡੇ ਅੰਦਰਲੀ ਜਨਨ ਸਮਰੱਥਾ, ਪਰਵਰਸ਼ਰ ਸਮਰੱਥਾ ਕਦੋਂ ਮਾਲਕ ਉਤਪੰਨ ਕਰੇ, ਇਹ ਉਹਦੇ ਹੁਕਮ ਵਿੱਚ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਧ ਵਰਤਾਵਾ ਭਾਉ ਦੂਜਾ। ਸਾਰੀ ਜ਼ਿੰਦਗੀ ਪ੍ਰਾਣਾਂ ਦੇ ਆਧਾਰ ਨਾਲ ਜੀਵਨ ਬਤੀਤ ਕਰ ਲੈਂਦਾ ਹੈ, ਪਰ ਕਦੇ ਸਾਰੇ ਜਗਤ ਨੂੰ ਪ੍ਰਾਣ ਦੇਣ ਵਾਲੇ ਮਾਲਕ ਦੀ ਯਾਦ ਨਹੀਂ ਆਉਂਦੀ। ਸਾਰੀ ਜ਼ਿੰਦਗੀ ਪਦਾਰਥਾਂ ਦੇ ਰਸਾਂ ਕਸਾਂ ਦੇ ਸੁੱਖ ਮਾਣ ਲੈਂਦਾ ਹੈ,
ਪਰ ਜਿਸ ਸ੍ਰਿਸ਼ਟੀ ਸਾਰੇ ਪਦਾਰਥਾਂ ਨੂੰ ਪੈਦਾ ਕਰ ਰਹੀ ਉਹਦਾ ਕਦੇ ਚਿੰਤਨ ਨਹੀਂ ਜਾਗਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅੰਧ ਵਰਤਾਵਾ ਭਾਉ ਦੂਜਾ, ਕਿ ਦੂਜੀ ਤਰਫ ਆਰੰਭ ਦੇ ਵਿੱਚ ਇੱਕ ਦਿਨ ਦਫਾ ਵਿਚਾਰ ਸਰਜ ਕੀਤੀ ਸੀ ਕਿ ਜਦੋਂ ਮਨੁੱਖ ਦਾ ਜੀਵਨ ਆਰੰਭ ਹੋਇਆ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਸੀ। ਸੰਪੂਰਨ ਦਾ ਭਾਵ ਕੀ ਸੀ ਕਿ ਨਾ ਲੋੜਾਂ ਦਾ ਬੋਧ ਸੀ, ਨਾ ਕੋਈ ਜੀਵਨ ਦੇ ਵਿੱਚ ਦਵੈਤ ਸੀ, ਨਾ ਕੋਈ ਵਿਕਾਰਾਂ ਦੀ ਮੈਲ ਸੀ। ਆਪਣੀਆਂ ਕਿਰਿਆਵਾਂ ਵੀ ਆਪ ਪੂਰੀਆਂ ਕਰਨ ਦੇ ਸਮਰੱਥ ਨਹੀਂ ਸੀ, ਪਰ ਫਿਰ ਵੀ ਜੀਵਨ ਆਨੰਦ ਨਾਲ ਭਰਿਆ ਸੀ। ਕਾਰਨ ਕੀ ਸੀ ਕਿ ਅਜੇ ਜਿਹੜਾ ਹੈ ਮਾਲਕ ਦੇ ਸਿਮਰਨ ਅਭਿਆਸ ਤੋਂ ਦੂਰ ਨਹੀਂ ਗਿਆ। ਜਿਉਂ ਜੋ ਬੰਦਾ ਮਾਲਕ ਦੇ ਸਿਮਰਨ ਅਭਿਆਸ ਤੋਂ ਦੂਰ ਚਲਿਆ ਜਾਂਦਾ ਹੈ, ਉਵੇਂ ਉਵੇਂ ਜੀਵਨ ਦੇ ਵਿੱਚ ਮਾਇਆ ਦਾ ਦਖਲ ਵਧਣਾ ਸ਼ੁਰੂ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅੰਧ ਵਰਤਾਵਾ, ਕਿ ਅੰਧਿਆਂ ਦੀ ਤਰ੍ਹਾਂ ਮਨੁੱਖ ਜ਼ਿੰਦਗੀ ਦੇ ਵਿੱਚ ਚੱਲਦਾ ਹੈ, ਕਦੇ ਆਪਣੇ ਸੱਤ ਜੀਵਨ ਦੇ ਅਰਥ ਦੀ ਪਛਾਣ ਨਹੀਂ ਕਰਦਾ। ਇਸ ਪਛਾਣ ਨਾ ਕਰਨ ਕਰਕੇ ਉਹਦਾ ਜੀਵਨ ਭਰਮਦਾ ਰਹਿੰਦਾ ਹੈ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸ਼ਬਦ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।